ਸਤਿ ਸ਼੍ਰੀ ਅਕਾਲ ਆਈਵਲ ਟੀਵੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਹਾਂ ਜਸਪਾਲ ਮਾਨ ਤੇ ਤੁਸੀਂ ਦੇਖ ਰਹੇ ਹੋ ਸਪੈਸ਼ਲ ਐਪੀਸੋਡ। ਇਸ ਐਪੀਸੋਡ ਦੇ ਵਿੱਚ ਗੱਲਬਾਤ ਕਰਾਂਗੇ ਨਵੀਂ ਸਿੱਖਿਆ ਨੀਤੀ ਬਾਰੇ। ਨਵੀਂ ਸਿੱਖਿਆ ਨੀਤੀ ਹੈ ਕੀ ਹੈ, ਜਿਸ ਤਰ੍ਹਾਂ ਦੇ ਨਾਲ ਪ੍ਰਚਾਰਿਆ ਜਾ ਰਿਹਾ ਕਿ ਇਹਦੇ ਨਾਲ ਇੱਕ ਬਹੁਤ ਵੱਡਾ ਬਦਲਾਅ ਆਏਗਾ, ਚੇਂਜ ਆਵੇਗੀ, ਕਿ ਵਾਕਈ ਇਸ ਤਰ੍ਹਾਂ ਦੇ ਨਾਲ ਹੋਏਗਾ ਜਾਂ ਇਹਦੇ ਕੁਝ ਨੁਕਸਾਨ ਵੀ ਆ, ਕਿ ਫਾਇਦੇ ਵੀ ਨੇ ਜਾਂ ਨੁਕਸਾਨ ਵੀ ਨੇ, ਸਭ ਕੁਝ ਦੇ ਉੱਤੇ ਗੱਲਬਾਤ ਕਰਾਂਗੇ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਡਾਕਟਰ ਮਨਮੀਤ ਕੱਕੜ ਨੇ, ਜਿਹੜੇ ਸਿੱਖਿਆ ਦੇ ਵਿਸ਼ੇ ਦੇ ਉੱਤੇ ਜਾਂ ਇਸ ਵਿਸ਼ੇ ਦੇ ਉੱਤੇ ਖਾਸ ਤੌਰ ਦੇ ਉੱਤੇ ਬੋਲਦੇ ਆ ਰਹੇ ਨੇ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਅਤੇ ਫਿਰ ਇਹ ਚਰਚਾ ਸ਼ੁਰੂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਕੱਕੜ ਸਾਹਿਬ। ਸਤਿ ਸ਼੍ਰੀ ਅਕਾਲ ਜੀ ਮਾਨ ਸਾਹਿਬ, ਤੁਹਾਨੂੰ ਵੀ ਤੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਜੀ ਸਤਿ ਸ਼੍ਰੀ ਅਕਾਲ। ਜੀ 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 ਸਿੱਖਿਆ ਨੀਤੀ 'ਤੇ ਆਪਾਂ ਗੱਲਬਾਤ ਸ਼ੁਰੂ ਕਰੀਏ ਜੀ। ਸਭ ਤੋਂ ਪਹਿਲਾਂ ਮੈਂ ਇਹ ਚਾਹੂੰਗਾ ਕਿ ਨਵੀਂ ਸਿੱਖਿਆ ਨੀਤੀ ਬੇਸਿਕਲੀ ਹੈ ਕੀ ਹੈ ਜੀ? ਇਹਨੂੰ ਛੋਟਾ ਜਾਂ ਕਹਿ ਲਓ ਕਿ ਥੋੜ੍ਹੇ ਜਿਹੇ ਸ਼ਬਦਾਂ 'ਚ ਆਪਾਂ ਜਾਨਣਾ ਚਾਹੀਏ ਤਾਂ ਹੈ ਕੀ ਆ? ਜੀ ਬੇਸਿਕਲੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਇਹ ਸਿੱਖਿਆ ਨੀਤੀ ਹੈ ਇਹਦੀ ਲੋੜ ਕਿਉਂ ਪਈ ਜੀ, ਤੇ ਪਹਿਲਾਂ ਆਪਣੇ ਕੀ ਸਿੱਖਿਆ ਸਿਸਟਮ ਚੱਲਦਾ ਆ ਰਿਹਾ ਹੈ, ਫਿਰ ਇਹ ਨਵੀਂ ਸਿੱਖਿਆ ਨੀਤੀ ਦੀ ਲੋੜ ਕਿਉਂ ਲਾਗੂ ਹੋਊਗੀ, ਆਪਾਂ ਸਾਰੀ ਚੀਜ਼ਾਂ ਤੇ ਥੋੜਾ ਬਰੀਫਲੀ ਚਰਚਾ ਕਰਦੇ ਹਾਂ ਜੀ। ਆਪਣਾ ਜਿਹੜਾ ਮਾਨ ਸਾਹਿਬ ਆਪਣਾ ਸਿੱਖਿਆ ਸਿਸਟਮ ਹੈ, ਜਦੋਂ ਅੰਗਰੇਜ਼ਾਂ ਦਾ ਇੱਥੇ ਸੀ, ਸਭ ਤੋਂ ਪਹਿਲਾਂ ਲਾਰਡ ਮੈਕਾਲੇ ਦੇ ਟਾਈਮ ਦਾ ਬਣਾਇਆ ਗਿਆ ਸਿੱਖਿਆ ਸਿਸਟਮ ਸੀ, ਜਿਹਦਾ ਜਿਹੜਾ ਮੇਨ ਮਕਸਦ ਸੀ ਪੈਦਾ ਕਰਨਾ, ਜੋ ਵੀ ਲੁੱਟ ਸੁੱਟ ਸੀ ਜਾਂ ਜੋ ਉਹਨਾਂ ਦਾ ਕੰਮ ਸੀ ਉਹਦਾ ਹਿਸਾਬ ਕਿਤਾਬ ਰੱਖ ਸਕਣ। ਤਾਂ ਕਰਕੇ ਸਿੱਖਿਆ ਸਿਸਟਮ ਹੀ ਸਾਡਾ ਢਾਂਚਾ ਹੀ ਏਦਾਂ ਦਾ ਬਣਾਇਆ ਗਿਆ ਸੀ, ਜੋ ਰੱਟਾ ਸਿਸਟਮ ਤੇ ਆਧਾਰਿਤ ਸੀ, ਜੋ ਇੱਕ ਇਨਡੈਕਸ ਨੌਲੇਜ ਲੈਣ ਦੀ ਜਗ੍ਹਾ ਉੱਪਰਲੀ ਨੌਲੇਜ ਤੇ ਫਿਰ ਉਹਦੇ ਬੇਸਿਸ ਤੇ ਜਿੰਨੇ ਵੱਧ ਤੋਂ ਵੱਧ ਤੁਸੀਂ ਐਗਜ਼ਾਮ ਮਾਰਕਸ ਲੈ ਲਓਗੇ ਉਹਨੂੰ ਇੱਕ ਆਊਟਕਮ ਮੰਨਿਆ ਜਾਂਦਾ ਸੀ। ਤਾਂ ਉਹ ਉਹਨਾਂ ਨੇ ਆਪਣੇ ਹਿਸਾਬ ਨਾਲ ਬਣਾਇਆ ਸੀ, ਉਹਨਾਂ ਲਈ ਵਧੀਆ ਸੀ, ਕਿਉਂਕਿ ਉਹਨਾਂ ਨੂੰ ਉਸ ਟਾਈਮ ਬਣੇ ਬਣਾਏ ਕਲਰਕ ਚਾਹੀਦੇ, ਉਹਨਾਂ ਨੂੰ ਬਣਾਏ ਬਾਬੂ ਚਾਹੀਦੇ। ਚਲੋ ਉਸ ਤੋਂ ਬਾਅਦ ਆਪਣਾ ਦੇਸ਼ ਆਜ਼ਾਦ ਹੁੰਦਾ ਹੈ, ਸਰਕਾਰਾਂ ਆਉਂਦੀਆਂ ਨੇ, ਤਾਂ ਇਸ ਤੋਂ ਪਹਿਲਾਂ ਆਪਣੇ ਦੋ ਐਜੂਕੇਸ਼ਨ ਪਾਲਿਸੀ ਜਿਹੜੀ 1968 ਦੇ ਵਿੱਚ ਸਿੱਖਿਆ ਨੀਤੀ ਬਣੀ ਸੀ, ਤੇ ਫਿਰ ਉਸ ਤੋਂ ਬਾਅਦ 1986 ਦੇ ਵਿੱਚ ਇੱਕ ਸਿੱਖਿਆ ਨੀਤੀ ਬਣੀ ਸੀ ਜਿਹੜੀ ਹੁਣ ਚੱਲੀ ਹੈ। ਉਹ ਲਾਸਟ ਸਿੱਖਿਆ ਨੀਤੀ ਸੀ, ਲਗਭਗ ਤੁਸੀਂ ਲਾ ਲਓ 35-36 ਸਾਲ ਪਹਿਲਾਂ ਬਣੀ ਸੀ 1986 ਦੇ ਵਿੱਚ। ਹਾਲਾਂਕਿ 1992 ਦੇ ਵਿੱਚ ਬੇਸਿਕ ਅਮੈਂਡਮੈਂਟਸ ਕੀਤੀਆਂ ਗਈਆਂ ਸੀ, ਪਰ ਉਹੀ 1986 ਵਾਲੀ ਨੀਤੀ ਚੱਲੀ ਆ ਰਹੀ ਹੈ। ਜੇ ਸਕੂਲ ਸਿਸਟਮ ਦੀ ਗੱਲ ਕਰੀਏ ਤਾਂ 10+2 ਜਿਹੜਾ ਕੰਸੈਪਟ ਸੀ ਉਹ ਵੀ ਉਸੇ ਸਿੱਖਿਆ ਨੀਤੀ ਦਾ ਹਿੱਸਾ ਸੀ, ਤੇ ਬਹੁਤ ਘੱਟ ਜਿਹੜੀ ਆਪਣੀ ਸਿੱਖਿਆ ਕਿੱਤਾ ਮੁਖੀ ਹੈ ਇਹਦਾ ਬਹੁਤ ਵੱਡਾ ਹਿੱਸਾ ਸੀ। ਤਾਂ ਪਿੱਛੇ ਜੇ ਹੋਇਆ ਕਿ 3-4 ਇੰਟਰਨੈਸ਼ਨਲ ਲੈਵਲ ਦੇ ਸਰਵੇ ਹੋਏ ਸੀ, ਜਿਹਦੇ ਚ ਜਿਹੜੇ ਇੰਡੀਅਨ ਸਟੂਡੈਂਟਸ ਹੈ ਉਹਨਾਂ ਦੀ ਨੂਮੈਰਿਕ ਐਬਿਲਿਟੀ ਜਾਂ ਉਹਨਾਂ ਦੀਆਂ ਹੋਰ ਚੀਜ਼ਾਂ ਜਿਵੇਂ ਕਮਿਊਨੀਕੇਸ਼ਨ ਐਬਿਲਿਟੀਜ਼ ਚੈੱਕ ਕੀਤੀਆਂ ਗਈਆਂ। ਤਾਂ ਤੁਸੀਂ ਮੰਨ ਕੇ ਚੱਲੋ 170 ਦੇਸ਼ਾਂ ਦੇ ਸਰਵੇ ਚੋਂ ਭਾਰਤ ਸੈਕਿੰਡ ਲਾਸਟ ਨੰਬਰ ਤੇ ਆਇਆ ਜੀ। ਤਾਂ ਉਹਦਾ ਇੱਕ ਬੜੀ ਚਿੰਤਾ ਦੀ ਵਿਸ਼ਾ ਹੁਣ ਵੀ ਜਦੋਂ ਹਰ ਸਾਲ ਜਿਹੜੀਆਂ ਦੁਨੀਆ ਦੀਆਂ ਵਧੀਆ ਯੂਨੀਵਰਸਿਟੀਜ਼ ਦੀ ਲਿਸਟ ਨਿਕਲਦੀ ਹੈ ਜਾਂ ਜਿਹੜੀਆਂ ਦੁਨੀਆ ਦੇ ਵਧੀਆ ਐਜੂਕੇਸ਼ਨ ਪ੍ਰਬੰਧਾਂ ਦੀ ਲਿਸਟ ਨਿਕਲਦੀ ਹੈ, ਤਾਂ ਆਪਾਂ ਬਹੁਤ ਪਿੱਛੇ ਹੁੰਦੇ ਆ ਉਹਦੇ। ਹਾਲਾਂਕਿ ਜੇ ਆਪਾਂ ਆਪਣੇ ਇਤਿਹਾਸ ਵੱਲ ਜਾਈਏ ਤਾਂ ਦੁਨੀਆ ਦੀ ਜਿਹੜੇ ਪਹਿਲਾ ਵਿਸ਼ਵ ਵਿਦਿਆਲਿਆ ਸੀ, ਨਲੰਦਾ ਵਿਸ਼ਵ ਵਿਦਿਆਲਿਆ ਸਾਡੇ ਹੋਇਆ, ਤਕਸ਼ਲਾ ਸਾਡੇ ਹੋਈ ਹੈ, ਸਾਡਾ ਬਹੁਤ ਹੀ ਪੁਰਾਣਾ ਐਂਸ਼ੀਐਂਟ ਗੁਰੂਕੁਲ ਸਿਸਟਮ ਸੀ, ਜਿਹੜੇ ਟਾਈਮਾਂ ਬ੍ਰਿਟਿਸ਼ ਇੰਗਲੈਂਡ ਦੀ ਲਿਟਰੇਰੀ ਰੇਟ 40% ਸੀ, ਉਹਨਾਂ ਟਾਈਮਾਂ ਵਿੱਚ ਸਾਡੇ ਗੁਰੂਕੁਲਾਂ ਦੇ ਵਿੱਚ ਹਰ ਘਰ ਦਾ ਹਰ ਬੱਚਾ ਸਿੱਖਿਆ ਪ੍ਰਾਪਤ ਕਰ ਰਿਹਾ ਸੀ। ਪਰ ਹੌਲੀ ਹੌਲੀ ਇਹ ਡਿਟੀਰੀਓਰੇਟ ਸਰਕਾਰ ਨੇ ਮਹਿਸੂਸ ਕੀਤਾ ਕਿ ਨਾਓ ਦਿਸ ਇਜ਼ ਦੀ ਟਾਈਮ ਕਿ ਕੁਛ ਨਾ ਕੁਛ ਇਹਦੇ ਚ ਚੇਂਜਸ ਲਿਆਉਣੇ ਚਾਹੀਦੇ ਆਪਾਂ ਨੂੰ। ਤਾਂ ਫਿਰ ਸਭ ਤੋਂ ਪਹਿਲਾਂ 2016 ਦੇ ਵਿੱਚ ਇੱਕ ਕਮੇਟੀ ਬਣਾਈ ਗਈ, ਜਿਹਦੇ PR ਸੁਬਰਮਨੀਅਮ ਉਹਦੇ ਅਧਿਅਕਸ਼ ਸੀਗੇ, ਚੇਅਰਮੈਨ ਸੀਗੇ ਉਸ ਕਮੇਟੀ ਦੇ। ਤਾਂ ਉਹਨਾਂ ਨੇ ਲਗਭਗ 2 ਸਾਲ ਬੜਾ ਇੰਟੈਂਸਿਵ ਵਰਕ ਕੀਤਾ। ਜਸਟ ਇਹ ਨਹੀਂ ਕਿ ਸਿਰਫ AC ਕਮਰਿਆਂ ਦੇ ਵਿੱਚ ਬੈਠ ਕੇ ਉਹਨਾਂ ਨੇ ਕੋਈ ਨੀਤੀਆਂ ਘੜਦੀਆਂ ਜਿੱਦਾਂ ਆਪਣੇ ਬਿਊਰੋਕਰੈਟਸ ਕਰਦੇ ਆ, ਉਹਨਾਂ ਨੇ ਗਰਾਊਂਡ ਲੈਵਲ ਤੇ ਗਏ, ਉਹਨਾਂ ਦੀ ਜਿਹੜੀ ਟੀਮ ਸੀ ਸਕੂਲ ਲੈਵਲ ਤੋਂ ਫੀਡਬੈਕ ਲਈਆਂ, ਟੀਚਰਾਂ ਤੋਂ ਫੀਡਬੈਕ ਲਏ, ਬੱਚਿਆਂ ਤੋਂ ਫੀਡਬੈਕ ਲਏ। 2 ਸਾਲ ਦੇ ਲਗਭਗ ਕੰਮ ਹੁੰਦਾ ਗਿਆ। ਫਿਰ ਇਸ ਤੋਂ ਬਾਅਦ ਇਸ ਦੇ ਮੁਖੀ ਬਣਦੇ ਨੇ 2018 ਦੇ ਵਿੱਚ ਆ ਕੇ ਆਪਣਾ ਜਿਹੜੇ ਇਸਰੋ ਦੇ ਚੀਫ ਸੀ ਕਸਤੂਰੀ ਰੰਗਨ ਸਾਹਿਬ। ਤਾਂ ਫਿਰ ਉਹਨਾਂ ਦੀ ਕਮੇਟੀ ਨੇ ਇੱਕ ਡਰਾਫਟ ਬਣਾ ਕੇ ਸਰਕਾਰ ਨੂੰ ਦਿੱਤਾ, ਜਿਸ ਡਰਾਫਟ ਨੂੰ NEP 2020 ਦਾ ਨਾਮ ਦਿੱਤਾ ਜਾਂਦਾ, ਨਿਊ ਐਜੂਕੇਸ਼ਨ ਪਾਲਿਸੀ 2020। ਸੋ ਇਹ ਬੇਸਿਕਲੀ ਥੋੜੀ ਜਿਹੀ ਹਿਸਟਰੀ ਸੀਗੀ ਕਿ ਕਿੱਦਾਂ ਪਹਿਲਾਂ ਆਪਾਂ ਕੀ ਫੋਲੋ ਕਰ ਰਹੇ ਸੀ ਤੇ ਹੁਣ ਕੀ ਆਇਆ। ਇਹਦੇ ਚ ਹੁਣ ਦੇਖੋ ਕਾਫੀ ਚੀਜ਼ਾਂ ਆਪਾਂ ਅੱਗੇ ਜਾ ਕੇ ਡਿਟੇਲ 'ਚ ਡਿਸਕਸ ਕਰਾਂਗੇ, ਬਟ ਜਿਹੜੀ ਸਭ ਤੋਂ ਵੱਡਾ ਜਿਹੜਾ ਸਭ ਤੋਂ ਵੱਧ ਡਿਸਕਸ ਕੀਤਾ ਜਾ ਰਿਹਾ ਹੈ ਉਹ ਹੈ ਜਿਹੜਾ ਸਕੂਲਿੰਗ ਦਾ ਪੈਟਰਨ ਚੇਂਜ ਕੀਤਾ ਹੈ। ਇਹ ਤੋਂ ਪਹਿਲਾਂ ਆਪਣੇ ਚੱਲਦਾ ਸੀ +2 ਦਾ ਪੈਟਰਨ,
ਠੀਕ ਹੈ। ਪਹਿਲਾਂ ਲਾਈਕ 5th ਤੱਕ ਸਕੂਲ ਹੈ, 5th ਤੋਂ ਬਾਅਦ ਫਿਰ ਮਿਡਲ ਸਕੂਲ ਹੈ, ਮਿਡਲ ਸਕੂਲ ਤੋਂ ਬਾਅਦ 10 ਤੱਕ ਸਕੂਲ ਹੈ, ਫਿਰ 10+2 ਆ ਜਾਂਦਾ ਸੀ। ਇਹਨਾਂ ਨੇ ਡਿਵਾਈਡ ਕਰਤਾ 5 + 3 + 3 + 4 ਜੀ। ਪਹਿਲੇ ਜਿਹੜੇ 5 ਸਾਲ ਨੇ ਉਹਦੇ ਚ ਇਹਨਾਂ ਨੇ 3 ਰੱਖੀਆਂ ਨੇ ਪ੍ਰੀ ਸਕੂਲਿੰਗ ਦੀਆਂ ਕਲਾਸਿਸ, ਠੀਕ ਹੈ। ਨਰਸਰੀ, LKG, UKG ਆਪਾਂ ਕੁਝ ਵੀ ਕਹਿ ਸਕਦੇ ਹਾਂ, ਉਹ ਪ੍ਰੀ ਸਕੂਲਿੰਗ ਹੋ ਗਈ। ਪਹਿਲਾਂ ਕੀ ਸੀ, ਪ੍ਰੀ ਸਕੂਲਿੰਗ ਚ ਜਿਹੜੇ ਪਬਲਿਕ ਸਕੂਲ ਦੇ ਚ ਧਿਆਨ ਨਹੀਂ ਦਿੱਤਾ ਜਾਂਦਾ ਸੀ, ਪ੍ਰੀ ਸਕੂਲਿੰਗ ਦਾ ਕਨਸੈਪਟ ਨਹੀਂ ਸੀ। ਪ੍ਰੀ ਸਕੂਲਿੰਗ ਆਂਗਣਵਾੜੀਆਂ ਚ ਪੜ੍ਹਾਈ ਜਾਂਦੀ ਸੀ, ਔਰ ਆਂਗਣਵਾੜੀਆਂ ਚ ਕਿੱਦਾਂ ਪੜ੍ਹਾਈ ਜਾਂਦੀ ਆਪਾਂ ਨੂੰ ਸਭ ਨੂੰ ਪਤਾ ਹੈ। ਬਟ ਉਹਨੂੰ ਹੁਣ ਜਿਹੜਾ ਪਬਲਿਕ ਸਕੂਲ ਸੈਟਅਪ ਹੈ, ਪਬਲਿਕ ਸਕੂਲ ਸਿਸਟਮ ਹੈ, ਉਹਨੂੰ ਵਿੱਚ ਲੈ ਕੇ ਆ ਰਿਹਾ ਤੇ 3 ਸਾਲ ਬੱਚੇ ਦੀ ਪ੍ਰੀ ਸਕੂਲਿੰਗ ਹੋਊਗੀ, ਔਰ ਜਿੰਨੀ ਪ੍ਰੀ ਸਕੂਲਿੰਗ ਹੈ ਉਹ ਬੁੱਕਸ ਬੇਸਡ ਹੋਊਗੀ, ਨਾਲ ਉਹਨਾਂ ਨੂੰ ਸਿਖਾਇਆ ਜਾਊਗਾ। ਜਿਹੜੀਆਂ ਸਾਡੀਆਂ ਐਂਸ਼ੀਐਂਟ ਗੇਮਸ ਨੇ ਜਾਂ ਜਿਹੜੀਆਂ ਅਸੀਂ ਪੁਰਾਣੇ ਟਾਈਮਾਂ 'ਚ ਬੱਚੇ ਬੜੇ ਇੰਜੋਏ ਕਰਕੇ ਗੇਮਸ ਖੇਡਦੇ ਆ, ਲੁੱਡੋ, ਸਬਸਿਡੀ, ਇਹਨਾਂ ਚੀਜ਼ਾਂ ਦੇ ਰਾਹੀਂ ਬੱਚਿਆਂ 'ਚ ਐਜੂਕੇਸ਼ਨ ਇਨਕਲਕੇਟ ਕੀਤੀ ਜਾਊਗੀ। ਤਾਂ ਪਹਿਲੇ 5 ਸਾਲ ਬੱਚਾ 2nd ਕਲਾਸ ਤੱਕ ਪਹੁੰਚੂਗਾ ਤੇ ਬੱਚੇ ਦੀ ਏਜ ਤੁਸੀਂ ਇਸ ਟਾਈਮ ਤੱਕ ਮੰਨ ਕੇ ਚਲੋ 8 ਸਾਲ ਤੱਕ ਦੀ ਹੋ ਜੂਗੀ। ਫਿਰ ਅਗਲਾ ਜਿਹੜਾ ਫੇਜ਼ ਹੈ ਉਹ 8 ਤੋਂ 11 ਸਾਲ ਦੀ ਏਜ ਦਾ ਹੈ। ਇਹਦੇ 'ਚ ਬੱਚਾ ਕਰੂਗਾ 3rd, 4th ਤੇ 5th। ਫਿਰ ਜਿਹੜਾ ਅਗਲਾ ਫੇਜ਼ ਹੈ ਉਹ ਫਿਰ 3 ਸਾਲਾਂ ਦਾ ਹੈ, ਉਹਦੇ 'ਚ ਬੱਚਾ ਕਰੂਗਾ 6th, 7th, 8th ਤੇ ਜਿਹੜਾ ਫਾਈਨਲ ਫੇਜ਼ ਹੈ ਉਹ 4 ਸਾਲਾਂ ਦਾ ਹੈ, 9th, 11th, 10th, 11th ਤੇ 12th। ਤੇ ਟੋਟਲ ਲਗਭਗ 18 ਬੱਚਾ ਹੋ ਜਾਊਗਾ ਫਾਰਮਲ ਐਜੂਕੇਸ਼ਨ ਲੈਣ ਜੀ। ਕਾਫੀ ਕੁਝ ਬਦਲਿਆ ਗਿਆ, ਜਿੱਦਾਂ ਐਗਜ਼ਾਮ ਦਾ ਬਹੁਤ ਕੁਝ ਬਦਲਦਾ। ਪਹਿਲਾਂ ਕੀ ਹੁੰਦਾ ਸੀ, ਹਰ ਸਾਲ ਐਗਜ਼ਾਮ ਹੁੰਦੇ ਸੀ। ਹੁਣ ਸਿਰਫ ਜਿਹੜੇ ਪਹਿਲਾਂ ਵਾਲੇ 3 ਫੇਜ਼ ਵਿੱਚ ਸਿਰਫ 3 ਵਾਰ ਹੋਣੇ ਆ, ਇੱਕ ਵਾਰੀ ਤੀਜੀ, ਇੱਕ ਵਾਰੀ 5ਵੀਂ ਤੇ ਇੱਕ ਵਾਰੀ ਹੋਰ ਹੋਣਾ। ਮਤਲਬ ਹਰ ਸਾਲ ਐਗਜ਼ਾਮ ਨਹੀਂ ਹੋਣਗੇ। ਔਰ ਜਿਹੜੇ ਬੋਰਡ ਐਗਜ਼ਾਮ ਹੈ ਉਹ ਵੀ ਕੀ ਹੈ ਕਿ ਬੱਚਾ ਸਾਲ 'ਚ 2 ਵਾਰੀ ਦੇ ਸਕਦਾ ਹੈ। ਮੰਨ ਲਓ ਇੱਕ ਵਾਰੀ ਉਹਨੂੰ ਚਾਂਸ ਹੈਗਾ, ਜੇ ਇਨ ਕੇਸ ਉਹਦਾ ਨਹੀਂ ਕਲੀਅਰ ਹੁੰਦਾ ਜਾਂ ਉਹਦੀ ਕਿਸੇ ਸਬਜੈਕਟ ਦੀ ਪਰਟੀਕੂਲਰ ਦੀ ਨਹੀਂ ਤਿਆਰੀ ਹੈਗੀ, ਤਾਂ ਉਹ ਕੀ ਕਰ ਸਕਦਾ ਕਿ ਉਸੇ ਸਾਲ ਦੇ ਦੁਬਾਰਾ ਵੀ ਉਹ ਬੋਰਡ ਦਾ ਐਗਜ਼ਾਮ ਦੇ ਸਕਦਾ। ਸੋ ਇੱਕ ਤਾਂ ਬੇਸਿਕਲੀ ਇਹ ਸਟਰਕਚਰਲ ਚੇਂਜਸ ਕੀਤੇ ਗਏ ਆ। ਤਾਂ ਇਹਦੇ 'ਚ ਆਪਾਂ ਹੋਰ ਚੀਜ਼ਾਂ ਦੀ ਗੱਲ ਕਰਾਂਗੇ ਕਿ ਕਿੱਦਾਂ ਅੱਗੇ ਜਾ ਕੇ ਆਪਾਂ ਡਿਸਕਸ ਕਰਾਂਗੇ, ਜਿੱਦਾਂ ਜਿੱਦਾਂ ਪੁਆਇੰਟ ਨਿਕਲ ਕੇ ਆਉਣਗੇ ਕਿ ਵੋਕੇਸ਼ਨਲ ਐਜੂਕੇਸ਼ਨ ਨੂੰ ਲੈ ਕੇ ਇਹਦੇ 'ਚ ਕੀ ਪ੍ਰਾਵਧਾਨ ਹੈ, ਕਿੱਤਾ ਮੁਖੀ ਸਿੱਖਿਆ ਨੂੰ ਲੈ ਕੇ ਇਹਦੇ 'ਚ ਕੀ ਪ੍ਰਾਵਧਾਨ ਹੈ, ਮਦਰ ਟੰਗ ਨੂੰ ਲੈ ਕੇ ਇਹਦੇ 'ਚ ਬੜਾ ਕੁਝ ਚੇਂਜਸ ਹੈ। ਜਿੱਦਾਂ ਜਿੱਦਾਂ ਆਪਣੀ ਡਿਸਕਸ਼ਨ ਅੱਗੇ ਵਧੂਗੀ ਆਪਾਂ ਇਹ ਚੀਜ਼ਾਂ ਵੀ ਡਿਸਕਸ ਕਰਦੇ ਜਾਵਾਂਗੇ ਜੀ। ਤਾਂ ਇੱਕ ਚੀਜ਼ ਜਰਾ ਸਾਫ਼ ਕਰਿਓ ਕਿ ਜਿਹੜੇ ਪ੍ਰਾਈਵੇਟ ਸਕੂਲਸ ਆ ਉਹ ਤਾਂ ਪਹਿਲਾਂ ਹੀ ਇਸੇ ਤਰ੍ਹਾਂ ਮੇਰੇ ਖਿਆਲ ਨਾਲ ਇਸ ਤਰ੍ਹਾਂ ਦੇ ਨਾਲ ਪਹਿਲਾਂ ਹੀ ਕਰ ਰਹੇ ਨੇਗੇ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਆ ਦੱਸ ਰਹੇ ਹੋ, ਸਿਸਟਮ ਦੱਸ ਰਹੇ ਹੋ ਕਿ ਜਦੋਂ ਬੱਚੇ ਨੇ ਕਿ ਪ੍ਰੀ ਨਰਸਰੀ ਹੋ ਗਿਆ ਜਾਂ ਉਸ ਤੋਂ ਬਾਅਦ KG ਹੋ ਗਿਆ, ਇਹ ਚੀਜ਼ਾਂ ਤਾਂ ਮੇਰੇ ਖਿਆਲ ਨਾਲ ਪਹਿਲਾਂ ਹੀ ਅਡਾਪਟ ਕੀਤੀਆਂ ਹੋਊਗੀਆਂ ਉਹਨਾਂ ਨੇ ਤਾਂ ਜੀ। ਹੋਈਆਂ ਇੱਕ ਤਾਂ ਨਾ ਜਿਹੜੀ ਇਹ ਨਿਊ ਐਜੂਕੇਸ਼ਨ ਪਾਲਿਸੀ ਬਣੀ ਹੈ, ਇਹਦਾ ਮੇਜਰ ਫੋਕਸ ਹੀ ਹੈ ਕਿ ਜਿਹੜੀ ਸਾਡੀ ਪਬਲਿਕ ਐਜੂਕੇਸ਼ਨ ਹੈ, ਜਿਹੜੀ ਸਾਡੀ ਸਰਕਾਰੀ ਐਜੂਕੇਸ਼ਨ ਹੈ, ਉਹ ਜਿਹੜੀ ਹੁਣ ਵੇਲਾ ਵਿਹਾਰ ਚੁੱਕੀ ਜੀ ਬਣ ਚੁੱਕੀ ਹੈ। ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਦਾ ਕਿ ਆਪਣੇ ਜਿਹੜੇ ਪੰਜਾਬ ਦੀ ਗੱਲ ਕਰ ਲਈਏ, ਜਿਹੜੇ ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰ, ਉਹਨਾਂ ਦੀ ਕੁਆਲੀਫਿਕੇਸ਼ਨ ਹੈ ਪ੍ਰਾਈਵੇਟ ਵਾਲੇ ਤੋਂ ਕਿਤੇ ਹਾਈ ਹੈ। ਉਹ ਬਹੁਤ ਔਖੇ ਕੰਪੀਟੀਸ਼ਨਾਂ ਚੋਂ ਨਿਕਲ ਕੇ ਇੱਥੇ ਤੱਕ ਪਹੁੰਚੇ ਨੇ, ਖਾਸ ਕਰਕੇ ਜਿਹੜੇ ਹੁਣ ਐਂਟਰ ਹੋਏ ਨੇ। ਬੰਦਾ ਪਹਿਲਾਂ B.Ed ਕਰਦਾ, B.Ed ਤੋਂ ਬਾਅਦ ਫਿਰ ਮਾਸਟਰ ਡਿਗਰੀ ਕਰਦਾ, ਟੈਟ ਪਾਸ ਕਰਦਾ, ਫਿਰ ਇੱਕ ਹੋਰ ਐਗਜ਼ਾਮੀਨੇਸ਼ਨ ਪਾਸ ਕਰਦਾ, ਫਿਰ ਬਹੁਤ ਜ਼ਿਆਦਾ ਮੈਰਿਟ ਤੋਂ ਉਹ ਚੁਣ ਕੇ ਬੰਦਾ ਆਉਂਦਾ। ਪ੍ਰਾਈਵੇਟ ਦਾ ਰਿਜ਼ਲਟ ਸਿਸਟਮ ਨਹੀਂ ਹੁੰਦਾ। ਬਟ ਉਹ ਪ੍ਰਾਈਵੇਟ ਦੇ ਲੈਵਲ ਦੀ ਸਿੱਖਿਆ ਕਿਉਂ ਨਹੀਂ ਦੇ ਪਾ ਰਹੇ? ਕਿਉਂਕਿ ਜਿਹੜੀ ਸਾਡੀ ਐਜੂਕੇਸ਼ਨ ਪਾਲਿਸੀਜ਼ ਹੈ, ਜਿਹੜਾ ਸਾਡਾ ਇਨਫਰਾਸਟ੍ਰਕਚਰ ਸਿਸਟਮ ਹੈ, ਇਹ ਟੈਕਨੀਕਸ ਨੇ, ਤਾਂ ਉਹਨਾਂ ਨੂੰ ਹੀ ਚੇਂਜ ਕਰਨ ਲਈ ਇਹ ਇਨਕਲਕੇਟ ਕੀਤਾ ਗਿਆ ਤੇ ਵੀ ਲਾਗੂ ਹੋਣੀ ਹੈ। ਜਿੱਦਾਂ ਹੁਣ ਨਵੀਂ ਸਿੱਖਿਆ ਨੀਤੀ 'ਚ ਪ੍ਰਾਵਧਾਨ ਹੈ ਕਿ ਜਿਹੜੀ ਬੇਸਿਕਲੀ ਸਿੱਖਿਆ ਪਹਿਲੇ 5 ਸਾਲਾਂ ਦੀ ਹੈ, ਹਾਲਾਂਕਿ ਉਹ ਕਿਹਾ ਵੀ ਅਸੀਂ ਕਹਿੰਦੇ 8 ਸਾਲ ਤੱਕ ਕੀਤੀ ਜਾਵੇ, ਪਰ 5 ਸਾਲ ਤੱਕ ਜ਼ਰੂਰੀ ਹੈ ਇਹ ਮਾਤ ਭਾਸ਼ਾ ਦੇ ਵਿੱਚ ਹੀ ਹੋਏਗੀ। ਠੀਕ ਹੈ। ਸਟੂਡੈਂਟਾਂ ਨੂੰ 5ਵੀਂ ਤੋਂ ਬਾਅਦ ਫਿਰ 3 ਭਾਸ਼ਾਈ ਫਾਰਮੂਲਾ ਚੱਲੂਗਾ। ਸਭ ਤੋਂ ਪਹਿਲੀ ਅਹਿਮੀਅਤ ਹੋਊਗੀ ਮਾਤ ਭਾਸ਼ਾ ਦੀ, ਦੂਜੀ ਅਹਿਮੀਅਤ ਹੋਊਗੀ ਇੰਗਲਿਸ਼ ਦੀ, ਤੇ ਤੀਜੀ ਫਿਰ 8 ਹੋਰ ਲੈਂਗੁਏਜਸ ਨੇ। ਉਹਨਾਂ ਤੋਂ ਬੱਚਾ ਕਿਸੇ ਵੀ ਇੱਕ ਭਾਸ਼ਾ ਦੇ ਵਿੱਚ ਆਪਣੀ ਚੋਣ ਕਰ ਸਕਦਾ ਹੈ ਤੇ ਫਿਰ ਉਹ ਤਿੰਨੇ ਭਾਸ਼ਾਵਾਂ ਉਹਦੀ ਸਾਰੀ ਸਕੂਲਿੰਗ ਦੇ ਵਿੱਚ ਚੱਲਣਗੀਆਂ। ਤੇ ਹਾਂ, ਇਹ ਸਾਰਾ ਕੁਝ ਪ੍ਰਾਈਵੇਟ ਸਿੱਖਿਆ ਤੇ ਵੀ ਲਾਗੂ ਹੋਊਗਾ। ਜਿੱਦਾਂ ਹੁਣ ਪ੍ਰਾਈਵੇਟ ਸਿੱਖਿਆ ਜੋ ਮਰਜ਼ੀ ਕਰ, ਉਹਨਾਂ ਨੇ LKG, ਨਰਸਰੀ, UKG ਸ਼ੁਰੂ ਕਰਤੀ, ਈਵਨ ਕਿ ਸਰਕਾਰੀ 'ਚ ਵੀ ਹੋਗੀ। ਪਰ ਜਿਹੜਾ ਪ੍ਰੀਖਿਆ ਦਾ ਸਿਸਟਮ ਹੈ ਉਹ ਤਾਂ ਪ੍ਰਾਈਵੇਟ ਵਿੱਚ ਚੱਲਦਾ ਹੈ। ਜਿੱਦਾਂ ਬੋਰਡ ਦੇ ਐਗਜ਼ਾਮ ਵੀ ਉਦਾਂ ਹੀ ਹੁੰਦੇ ਨੇ, ਸਾਰਾ ਕੁਝ ਉਦਾਂ ਹੀ ਚੱਲ ਰਿਹਾ ਤੇ ਸਾਰਾ ਕੁਝ ਪ੍ਰਾਈਵੇਟ ਨੂੰ ਵੀ ਚੇਂਜ ਕਰਨਾ ਹੋਊਗਾ। ਜੋ ਵੀ ਉਹਨਾਂ ਨੇ ਸਿਸਟਮ ਬਣਾਇਆ ਹੈਗਾ ਕਿ ਉਹ ਇਵੈਲੂਏਸ਼ਨ ਸਿਸਟਮ ਹੈ। ਜਿੱਦਾਂ ਹੁਣ ਆਪਣੇ ਮੈਂ ਥੋੜਾ ਜਿਹੀ ਟੈਕਨੀਕਲ ਟਰਮ ਹੈ ਕਿ ਆਪਣੇ ਮਾਨ ਸਾਹਿਬ ਜਿਹੜਾ ਇਵੈਲੂਏਸ਼ਨ ਸਿਸਟਮ ਚੱਲਦਾ ਹੈ ਉਹ ਹੈਗਾ ਸੁਮੇਟਿਵ। ਸੁਮੇਟਿਵ ਮਤਲਬ ਕਾਈਂਡ ਆਫ ਸਮਰੀ ਹੁੰਦੀ ਹੈ ਕਿ ਪੂਰਾ ਸਾਲ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਅਸੈਸਮੈਂਟ ਕੀਤੀ ਜਾਂਦੀ ਹੈ ਕਿ ਇਹਨੇ ਬੱਚੇ ਨੇ ਪੂਰਾ ਸਾਲ ਪੜ੍ਹਾਈ
ਕਿੱਦਾਂ ਕੀਤੀ ਜਾਂ ਇਹਦਾ ਪੜ੍ਹਾਈ ਦਾ ਲੈਵਲ ਰਿਹਾ। ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਅਸੈਸਮੈਂਟ ਲੈਵਲ ਆ ਰਿਹਾ, ਇਵੈਲੂਏਸ਼ਨ ਲੈਵਲ ਆ ਰਿਹਾ, ਉਹ ਹੈਗਾ ਫਾਰਮੇਟਿਵ। ਮਤਲਬ ਜਿਹੜਾ ਟਾਈਮ ਟੂ ਟਾਈਮ ਹੀ ਇਵੈਲੂਏਸ਼ਨ ਹੁੰਦੀ ਰਹੂਗੀ, ਹਰ ਮਹੀਨੇ ਬਾਅਦ ਇਵੈਲੂਏਸ਼ਨ ਹੋਊਗੀ, ਵੀਕਲੀ ਇਵੈਲੂਏਸ਼ਨ ਹੋਊਗੀ, ਤਾਂ ਕਿ ਬੱਚੇ ਤੇ ਬੋਝ ਨਾ ਰਹੇ ਕਿ ਸਾਲ ਦੇ ਐਂਡ 'ਚ ਮੈਂ ਸਾਰਾ ਸਿਲੇਬਸ ਕਵਰ ਕਰਕੇ ਉਹਦਾ ਚੇਂਜ ਕਰਕੇ ਇੱਕ ਫਾਰਮੇਟਿਵ ਅਸੈਸਮੈਂਟ, ਫਾਰਮੇਟਿਵ ਇਵੈਲੂਏਸ਼ਨ ਲੈ ਕੇ ਆ ਰਹੇ ਨੇ। ਤੇ ਇਹ ਸਾਰੀਆਂ ਚੀਜ਼ਾਂ ਇਕੁਅਲੀ ਪ੍ਰਾਈਵੇਟ ਸੈਕਟਰ ਤੇ ਵੀ ਲਾਗੂ ਹੋਣਗੀਆਂ। ਬਟ ਇਹਦੇ 'ਚ ਮੈਂ ਇਹ ਤੁਹਾਨੂੰ ਪਹਿਲਾਂ ਹੀ ਇੱਕ ਚੀਜ਼ ਗੱਲ ਕਲੀਅਰ ਕੀਤੀ ਹੈ ਕਿ ਜਿਹੜੀ ਇਹ ਨਿਊ ਐਜੂਕੇਸ਼ਨ ਪਾਲਿਸੀ ਹੈ, ਇਹਦਾ ਜਿਹੜਾ ਬੇਸਿਕ ਇਹਦਾ ਕਨਸੈਪਟ ਹੈ, ਇਹ ਜਿਹੜਾ ਸਾਡਾ ਪਬਲਿਕ ਐਜੂਕੇਸ਼ਨ ਸਿਸਟਮ ਹੈ, ਇਹ ਉਹਨੂੰ ਬਦਲਣ ਦੇ ਲਈ ਆਈ ਹੈ ਬੇਸਿਕਲੀ। ਖਾਸ ਕਰਕੇ ਜਿਹੜਾ ਸਾਡਾ ਪਬਲਿਕ ਸਕੂਲਿੰਗ ਸਿਸਟਮ ਹੈ, ਇਹ ਚੇਂਜਸ ਲੈ ਕੇ ਇਹਨਾਂ ਦੇ ਕਹਿਣ ਦਾ ਮਕਸਦ ਹੈ ਕਿ ਅਸੀਂ ਪਬਲਿਕ ਸਕੂਲਿੰਗ ਨਹੀਂ ਉੱਥੇ ਤੱਕ ਖੜਾ ਕਰ ਪੈਣਾ ਕਿ ਪ੍ਰਾਈਵੇਟ ਔਰ ਜਿਹੜੇ ਪਬਲਿਕ ਸਕੂਲ ਹੈ ਉਹ ਇਕੁਅਲ ਲੈਵਲ ਤੇ ਹੋਣ। ਔਰ ਇਹਦੇ ਲਈ ਬਜਟਰੀ ਐਲੋਕੇਸ਼ਨਸ ਵੀ ਮਾਨ ਸਾਹਿਬ ਬੜੀਆਂ ਕਮਾਲ ਦੀਆਂ ਨੇ। ਹੁਣ ਤੱਕ ਜਿਹੜਾ ਆਪਣਾ ਐਜੂਕੇਸ਼ਨ ਨੂੰ ਸਰਕਾਰਾਂ ਵੱਲੋਂ ਬਜਟ ਦਿੱਤਾ ਜਾਂਦਾ ਹੈ, ਜੇ ਆਪਾਂ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਲਗਭਗ 1.6% ਆਫ ਟੋਟਲ ਬਜਟ ਹੁੰਦਾ ਹੈ। ਬਟ ਇਹਦੇ 'ਚ ਇਹ ਟੀਚਾ ਮਿੱਥਿਆ ਗਿਆ ਕਿ ਸਿੱਖਿਆ ਦੇ ਬਜਟ ਨੂੰ 1.5% ਆ ਕੇ ਦੇਸ਼ ਦਾ ਐਨੂਅਲ ਬਜਟ ਹੈ ਉਹਨੂੰ 6% ਤੇ ਲੈ ਕੇ ਜਾਇਆ ਜਾਊਗਾ। ਠੀਕ ਹੈ, 6% ਮਤਲਬ 4.5% ਦਾ ਇਨਕਰੀਜ਼ ਆਪਣੇ ਦੇਸ਼ ਦਾ ਬਜਟ ਬਹੁਤ ਵੱਡਾ ਹੁੰਦਾ ਹੈ। ਤਾਂ ਉਹਦੇ ਨਾਲ ਕੀ ਹੈ ਕਿ ਇਹਦੀ ਕਾਇਆ ਕਲਪ ਕੀਤੀ ਜਾ ਸਕਦੀ ਹੈ। ਬਟ ਰੌਲਾ ਉਹੀ ਹੈ ਕਿ ਜਿਹੜੇ ਇਹਨੂੰ ਲਾਗੂ ਕਰਨ ਵਾਲੇ ਨੇ ਉਹੀ ਬਿਊਰੋਕਰੈਟ, ਉਹੀ ਮੰਤਰੀ ਹੋਣਗੇ, ਉਹੀ ਸਭ ਕੁਝ ਹੋਊਗਾ। ਉਹ ਪੈਸਾ ਲੱਗੂਗਾ ਕਿੰਨਾ ਇਹ ਇੱਕ ਬਾਅਦ ਦੀ ਗੱਲ ਹੈ, ਪਰ ਜਿਹੜੀ ਮਨਸ਼ਾ ਹੈ ਉਹ ਬਹੁਤ ਵਧੀਆ ਹੈ ਤਾਂ ਕਿ ਜਿਹੜਾ ਸਾਡਾ ਸੈਕਟਰ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ, ਚਾਹੇ ਉਹ ਬੀਟ ਸਕੂਲ ਐਜੂਕੇਸ਼ਨ, ਬੀਟ ਹਾਇਰ ਐਜੂਕੇਸ਼ਨ, ਉਹਨੂੰ ਇੱਕ ਵਧੀਆ ਤਰੀਕੇ ਨਾਲ ਸੁਧਾਰਿਆ ਜਾ ਸਕੇ। ਜੀ, ਤੇ ਇਸ ਚੀਜ਼ ਨੂੰ ਸੁਧਾਰਨ ਦੇ ਲਈ ਇਹਨੂੰ ਇੰਪਲੀਮੈਂਟ ਕਿਵੇਂ ਕੀਤਾ ਜਾਏਗਾ ਜੀ? ਇਹਨੂੰ ਇੰਪਲੀਮੈਂਟ ਕਿਸ ਤਰੀਕੇ ਦੇ ਨਾਲ ਹੋਏਗੀ ਜਦੋਂ ਆ ਕੇ, ਕਿਉਂਕਿ ਗਰਾਊਂਡ ਲੈਵਲ ਦੇ ਉੱਤੇ ਇੰਪਲੀਮੈਂਟ ਹੁੰਦੀ ਆ ਤਾਂ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਬਈ ਇਹਦੇ ਡਰਾਬੈਕ ਕੀ ਹੈ, ਫਾਇਦੇ ਕੀ ਨੇ ਇਹਦੇ। ਜੀ ਜੀ ਜੀ, ਇਹਦੇ ਦੇਖੋ ਕਿ ਸਟੈਪ ਬਾਈ ਸਟੈਪ ਇਹਨਾਂ ਨੇ ਟੀਚਾ ਮਿੱਥਿਆ ਹੋਇਆ। ਜਿੱਦਾਂ ਇਹਨਾਂ ਦਾ ਫਸਟ ਹੈਗਾ ਕਿ ਅਸੀਂ 2030 ਤੱਕ ਆਲਮੋਸਟ ਇਹ ਸਾਰੀਆਂ ਸਟੇਟਸ ਦੇ ਵਿੱਚ ਲਾਗੂ ਕਰ ਦੇਣੀਆਂ ਨੇ। ਆਪਣੀ ਸਟੇਟ ਦੇ ਵਿੱਚ ਹਜੇ ਨਹੀਂ ਲਾਗੂ ਹੋਈ। ਸਭ ਤੋਂ ਪਹਿਲਾਂ ਕਰਨਾਟਕਾ ਸਟੇਟ ਬਣੀ ਸੀ ਜਿਹਨੇ ਇਹਨੂੰ ਇੰਪਲੀਮੈਂਟ ਕਰਨ ਦਾ ਵਾਅਦਾ ਕੀਤਾ ਸੀ। ਫਿਰ ਹੋਰ ਸਟੇਟਸ ਵੀ ਐਡ ਆਨ ਹੁੰਦੀਆਂ ਗਈਆਂ, ਜਿਹਦੇ 'ਚ ਤੇਲੰਗਾਨਾ ਹੈ, ਜਿਹਦੇ 'ਚ ਕੇਰਲਾ ਹੈ। ਠੀਕ ਹੈ, ਤਾਂ ਇਹ ਸਟੈਪ ਬਾਏ ਸਟੈਪ ਹੋਈਆਂ ਜਾ ਰਹੀਆਂ ਨੇ। ਤੇ ਇਹਦੇ ਵਿੱਚ ਇਹਨਾਂ ਨੇ ਸਰਕਾਰ ਨੇ ਪ੍ਰੋਵੀਜ਼ਨਸ ਹੀ ਇਦਾਂ ਦੀਆਂ ਰੱਖੀਆਂ ਕਿ ਉਹ ਐਟ ਦੀ ਐਂਡ ਆਫ ਦੀ ਡੇ ਉਹ ਮਜਬੂਰੀ ਬਣ ਜਾਣੀ ਹੈ, ਚਾਹੇ ਉਹ ਹਾਇਰ ਐਜੂਕੇਸ਼ਨਲ ਇੰਸਟੀਚਿਊਟ ਹੈ, ਚਾਹੇ ਸਟੇਟ ਦੇ ਐਜੂਕੇਸ਼ਨ ਬੋਰਡ ਨੇ, ਕਿ ਜਿਵੇਂ ਮੰਨ ਲਓ ਸਰਕਾਰ ਨੇ ਕੋਈ ਫੰਡਿੰਗ ਦੇਣੀ ਹੈ, ਚਾਹੇ ਕੋਈ ਗ੍ਰਾਂਟ ਦੇਣੀਆਂ ਨੇ ਐਜੂਕੇਸ਼ਨ ਨਾਲ, ਕਿਉਂਕਿ ਸਾਰਾ ਜਿਹੜਾ ਸਾਡਾ ਸਿੱਖਿਆ ਸਿਸਟਮ ਹੈ, ਚਾਹੇ ਉਹ ਸਰਵ ਸਿੱਖਿਆ ਅਭਿਆਨ ਹੋਵੇ, ਹੋਰ ਹੋਵੇ, ਤਾਂ ਉਹ ਸੈਂਟਰ ਗਵਰਨਮੈਂਟ ਵੱਲੋਂ ਰਿਲੀਜ਼ ਹੁੰਦੇ ਨੇ ਫੰਡ। ਠੀਕ ਹੈ, ਤਾਂ ਸਰਕਾਰ ਨੇ ਸਿਸਟਮ ਹੀ ਇਦਾਂ ਦਾ ਕਰ ਦੇਣਾ ਹੈ ਕਿ ਜੇ ਕੋਈ ਨਵੀਂ ਐਜੂਕੇਸ਼ਨ ਪਾਲਿਸੀ ਕੋਈ ਪਰਟੀਕੂਲਰ ਸਰਕਾਰ ਨਹੀਂ ਲਾਗੂ ਕਰੂਗੀ ਤਾਂ ਅਸੀਂ ਤੁਹਾਡੇ ਜਿਹੜੇ ਇਹ ਹੈ ਕਿ ਫੰਡ ਵਗੈਰਾ ਅਸੀਂ ਰੋਕ ਦੇਣੇ ਆ। ਤਾਂ ਇੱਕ ਤਰ੍ਹਾਂ ਦਾ ਕਾਈਂਡ ਆਫ ਆਬਲੀਗੇਟਰੀ ਹੋ ਜਾਣਾ ਸਟੇਟਸ ਦੇ ਉੱਤੇ ਇਹਨਾਂ ਨੂੰ ਲਾਗੂ ਕਰਨ ਦਾ। ਔਰ ਮੈਨੂੰ ਨਹੀਂ ਲੱਗਦਾ ਕਿ ਕਿਉਂਕਿ ਵਧੀਆ ਲੈਵਲ ਦੀ ਐਜੂਕੇਸ਼ਨ ਪਾਲਿਸੀ ਬਣੀ ਹੈ, ਕਿਸੇ ਸਟੇਟ ਨੂੰ ਇਹਨੂੰ ਐਜੂਕੇਸ਼ਨ ਮਤਲਬ ਇਹਨੂੰ ਨਾ ਲੱਗਣ ਦਾ ਕੋਈ ਉਹ ਹੋਣਾ ਚਾਹੀਦਾ। ਤਾਂ ਇਹਨਾਂ ਨੇ ਸਟੈਪ ਬਾਏ ਸਟੈਪ ਇਹ ਟੀਚਾ ਮਿੱਥਿਆ ਹੈ ਕਿ ਅਸੀਂ 2030 ਤੱਕ ਇਹ ਜਿਹੜੇ ਸਾਰੇ ਸਟਰਕਚਰ ਕੇ ਇਹ ਅਸੀਂ ਲੈ ਕੇ ਤੇ ਬੜੇ ਸੋਹਣੇ ਟੀਚੇ ਮਿੱਥੇ ਗਏ ਨੇ ਜਿਹੜੀ ਐਜੂਕੇਸ਼ਨ ਪਾਲਿਸੀ 'ਚ ਹੈ ਕਿ ਕਿੱਦਾਂ ਜਿਹੜੀ ਬੱਚਿਆਂ ਦੀ ਆ ਹੋਲਿਸਟਿਕ ਡਿਵੈਲਪਮੈਂਟ ਕਰਨੀ ਹੈ, ਕਿੱਦਾਂ ਜਿਹੜੀ ਉਹਨਾਂ ਦੀ ਬੇਸਿਕ ਨਿਊਮੈਰੀਕਲ ਐਬਿਲਿਟੀਜ਼ ਹੈ। ਆਪਾਂ ਦੇਖਦੇ ਹਾਂ ਕਿ ਬੱਚੇ ਨੇ ਬੀ ਕਰ ਲਈ, ਐਮਏ ਕਰ ਲਈ, ਤੇ ਉਹ ਉਹਨੂੰ ਬੇਸਿਕ ਕੈਲਕੂਲੇਸ਼ਨਸ ਨਹੀਂ ਆਉਂਦੀਆਂ, ਉਹਦੇ ਵਾਸਤੇ ਉਹਨੂੰ ਮੋਬਾਈਲ ਤੋਂ ਕੈਲਕੂਲੇਟਰ ਕੱਢਣਾ ਪੈਂਦਾ ਹੈ। ਤਾਂ ਇੱਕ ਬੇਸਿਕ ਨਿਊਮੈਰੀਕਲ ਐਬਿਲਿਟੀ ਬੱਚਿਆਂ ਦੇ ਵਿੱਚ ਕਿੱਦਾਂ ਵਧਾਈ ਜਾਵੇ, ਬੱਚਿਆਂ ਦੇ ਜਿਹੜੇ ਕਮਿਊਨੀਕੇਸ਼ਨ ਸਕਿੱਲਸ ਨੇ। ਆਪਾਂ ਬਹੁਤ ਵਾਰੀ ਮਾਨ ਸਾਹਿਬ ਸੁਣਦੇ ਹੁੰਦੇ ਆ ਕਿ ਜੀ ਬੱਚੇ ਨੇ MBA ਕੀਤੀ, ਬੱਚੇ ਨੇ ਜੌਬ ਨਹੀਂ ਮਿਲਦੀ ਸੀ ਕਿਤੇ। ਤੇ ਉਸੇ ਵੇਲੇ ਜਦੋਂ ਅਸੀਂ ਕਿਸੇ ਕੰਪਨੀ ਦੇ HR ਨਾਲ ਗੱਲ ਕਰਦੇ ਹਾਂ, ਜਿਹੜਾ ਹਿਊਮਨ ਸੋਰਸ ਮੈਨੇਜਰ ਹੈ, ਉਹ ਕਹਿੰਦਾ ਹੈ ਕਿ ਯਾਰ ਸਾਨੂੰ ਬੰਦੇ ਨਹੀਂ ਮਿਲਦੇ, ਮੇਰੇ ਕੋਲ 100 ਵੈਕੈਂਸੀਜ਼ ਹੈ, ਮੈਂ 20 ਕਾਲਜਾਂ 'ਚ ਜਾ ਆਇਆ, ਮੈਨੂੰ 100 ਬੰਦਾ ਨਹੀਂ ਮਿਲਿਆ। ਉੱਥੇ ਇੱਕ ਗੈਪ ਹੈ ਜੋ ਡਿਮਾਂਡ ਹੈ ਔਰ ਜੋ ਸਾਡਾ ਐਜੂਕੇਸ਼ਨ ਸਿਸਟਮ ਪ੍ਰੋਡਿਊਸ ਕਰ ਰਿਹਾ ਹੈ, ਉਹ ਬਹੁਤ ਸਾਰੇ ਨੰਬਰਾਂ ਵਾਲੇ ਡਿਗਰੀ ਹੋਲਡਰਸ ਪ੍ਰੋਡਿਊਸ ਕਰ ਰਿਹਾ ਹੈ। +2 ਦਾ ਹੁਣ ਰਿਜ਼ਲਟ ਆਉਂਦਾ CBSE ਦਾ, ਕਿਸੇ ਬੱਚੇ ਤੋਂ ਪੁੱਛ ਲਓ ਜੀ ਤੁਹਾਡੇ ਮਾਰਕਸ ਕਿੰਨੇ ਹੈ, ਕਿਸੇ ਦੇ 10 CGPA ਹੈ, ਕਿਸੇ ਦੇ ਫੁੱਲ ਮਾਰਕਸ ਹੈ। ਪਰ ਮੰਨ ਲਓ ਉਹਨੂੰ ਕਿਸੇ ਆਪਦੇ ਡੈਡੀ ਨਾਲ ਕਚਹਿਰੀ ਜਾਣਾ ਪੈ ਗਿਆ ਤੇ ਉਹਦੇ ਡੈਡੀ ਨੇ ਕਹਿਤਾ ਪੁੱਤ ਤਹਿਸੀਲਦਾਰ ਨੂੰ ਲਿਖ ਕੇ ਇੱਕ ਅਰਜ਼ੀ ਲਿਖ ਦੇਣਾ, ਉਹਦਾ ਐਪਲੀਕੇਸ਼ਨ ਨਹੀਂ ਲਿਖੀ ਜਾਂਦੀ। ਜਿਹੜੀ ਟੈਕਨੀਕਲ ਨੌਲੇਜ ਹੈ, ਜਿਹੜੇ ਸਕਿੱਲ ਚਾਹੀਦੇ ਆ, ਚਾਹੇ ਉਹ ਕਮਿਊਨੀਕੇਸ਼ਨ ਸਕਿੱਲਸ ਹੋਣ, ਰਿਟਨ, ਵਰਬਲ,
ਜਾਂ ਹੋਰ ਵੀ ਜਿਹੜੀਆਂ ਨਿਊਮੈਰੀਕਲ ਐਬਿਲਿਟੀਜ਼ ਹੈ, ਕਾਮਨ ਸੈਂਸ ਹੈ, IQ ਹੈ, ਇਹ ਚੀਜ਼ਾਂ ਇਨਕਲਕੇਟ ਹੈ ਨਹੀਂ। ਤੇ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਉਹਨੇ ਇਹ ਚੀਜ਼ਾਂ ਨੂੰ ਹੀ ਵਿਦਿਆਰਥੀ ਦੇ ਵਿੱਚ ਇਨਕਲਕੇਟ ਕਰਨਾ ਥਰੂ ਐਜੂਕੇਸ਼ਨ, ਥਰੂ ਹਾਇਰ ਐਜੂਕੇਸ਼ਨ। ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਜਿਹੜੀ ਸਟੇਟ ਗਵਰਨਮੈਂਟ ਹੈ ਇਹਨੂੰ ਮਨਾ ਕਰੂਗੀ ਲਾਗੂ ਕਰਨ 'ਚ। ਹਾਂ, ਇਹ ਹੋ ਸਕਦਾ ਕੋਈ ਪਹਿਲਾਂ ਕਰਦੇ ਕੋਈ ਬਾਅਦ 'ਚ ਕਰਦੇ। ਤਾਂ ਸਰਕਾਰ ਦੇ ਜਿਹੜੇ ਟੀਚੇ ਹੈ 2030 ਤੋਂ ਫਿਰ ਅਗਲਾ ਹੈਗਾ 2040 ਤੱਕ 100% ਤੱਕ ਇਹਨੂੰ ਲਾਗੂ ਕਰ ਦੇਣਾ। ਤਾਂ ਮੈਨੂੰ ਲੱਗਦਾ ਕਿ ਹੋਪਫੁਲੀ ਇਹ ਹੋ ਜਾਏਗੀ ਮਾਨ ਸਾਹਿਬ ਜੀ। ਜਿਸ ਤਰ੍ਹਾਂ ਦੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਾਕੜ ਸਾਹਿਬ ਕਿ ਬਈ ਜਿਹੜੇ ਸਟੇਟ ਇਹਨੂੰ ਇੰਪਲੀਮੈਂਟ ਨਹੀਂ ਕਰਨਗੇ, ਹੋ ਸਕਦਾ ਉਹਨਾਂ ਦੀ ਕੱਲ੍ਹ ਨੂੰ ਫੰਡਿੰਗ ਰੋਕ ਦੇਣ। ਤਾਂ ਫਿਰ ਇਹਦੇ ਵਿੱਚ ਮੇਰੇ ਖਿਆਲ ਨਾਲ ਬਈ ਪੰਜਾਬ ਦੀ ਗੱਲ ਕਰ ਲਈਏ ਆਪਾਂ, ਤਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਰਹਿਣ ਵਾਲੇ ਲੱਗਦੇ ਆ, ਜਾਂ ਪੰਜਾਬ ਦੀ ਕੀ ਪ੍ਰਤੀਕਿਰਿਆ ਹੁਣ ਤੱਕ ਦੀ? ਨਹੀਂ, ਪੰਜਾਬ ਨੇ ਜੀ ਮਾਨ ਸਾਹਿਬ ਪ੍ਰੋਸੈਸ ਸਟਾਰਟ ਕਰਤਾ ਹੋਇਆ ਨਿਊ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕਰਨ ਦਾ। ਪ੍ਰੋਪਰ ਇਹਦੇ ਵਾਸਤੇ ਕਮੇਟੀ ਵੀ ਬਣ ਚੁੱਕੀ ਹੈ। ਹਾਲਾਂਕਿ ਆਪਾਂ ਦੇਖ ਰਹੇ ਹਾਂ ਕਿ ਮੌਜੂਦਾ ਜਿਹੜੀ ਪੰਜਾਬ ਸਰਕਾਰ ਹੈ ਉਹ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਟਕਰਾਅ ਦੇ ਵਿੱਚ ਹੈ, ਚਾਹੇ ਉਹ ਗਵਰਨਰ ਦਾ ਮੁੱਦਾ ਹੋਵੇ, ਫਿਰ ਆਰਡੀਆ ਫੰਡ ਰੋਕਣ ਦਾ ਮੁੱਦਾ ਹੋਵੇ, ਜਾਂ ਹੋਰ ਮੁੱਦੇ ਰੋਕਣ ਦੇ ਹੋਣ। ਬਟ ਕੁਛ ਨਾ ਸਬਜੈਕਟ ਇਦਾਂ ਦੇ ਹੁੰਦੇ ਆ ਜਿੱਥੇ ਕੋਈ ਵੀ ਸਰਕਾਰ ਚਾਹੁੰਦੀ ਨਹੀਂ, ਕਿਉਂਕਿ ਇਹ ਬੱਚਿਆਂ ਦੇ ਨਾਲ ਜੁੜਿਆ ਮੁੱਦਾ ਹੈ, ਇਹ ਐਜੂਕੇਸ਼ਨ ਦੇ ਨਾਲ ਜੁੜਿਆ ਮੁੱਦਾ ਹੈ। ਜ਼ਿਆਦਾ ਤੋਂ ਜ਼ਿਆਦਾ ਜੇ ਪੰਜਾਬ ਸਰਕਾਰ ਕਰੂਗੀ ਤਾਂ ਥੋੜਾ ਬਹੁਤਾ ਇਹ ਹੁੰਦਾ ਕਿ ਜੀ ਕਰ ਲੈ ਕੇ ਜੀ ਲਾਗੂ ਕੀਤੀਆਂ ਜਾਂ ਅਸੀਂ ਇਹ ਚੀਜ਼ਾਂ ਬਣਾਈਆਂ। ਬਟ ਐਟ ਦੀ ਐਂਡ ਆਫ ਦੀ ਡੇ ਪੰਜਾਬ ਗਵਰਨਮੈਂਟ ਨੇ ਵੀ ਇਹਨੂੰ ਲਾਗੂ ਕਰਨਾ ਹੈ, ਔਰ ਇਹ ਪ੍ਰੋਸੈਸ ਹੈ ਜਿਹੜਾ ਆਲਰੇਡੀ ਚਾਲੂ ਹੋ ਚੁੱਕਿਆ ਹੈ। ਜੇ ਆਪਾਂ ਆਪਣੀ ਇਹਦੀ ਗੱਲ ਕਰੀਏ ਪੰਜਾਬ ਦੇ ਸਰਕਾਰੀ ਸਕੂਲਾਂ ਦੀ, ਤਾਂ ਪਿਛਲੇ 2-3 ਸਾਲਾਂ ਤੋਂ ਆਪਣੀ ਜਿਹੜੀ ਪ੍ਰੀ ਸਕੂਲਿੰਗ ਕਲਾਸਿਸ ਨੇ ਉਹਦੇ ਤੇ ਬਹੁਤ ਵਰਕ ਕੀਤਾ ਜਾ ਰਿਹਾ। ਮਤਲਬ ਚਾਹੇ ਪਿਛਲੀ ਸਰਕਾਰ ਸੀ, ਚਾਹੇ ਹੁਣ ਵਾਲੀ ਸਰਕਾਰ ਹੈ, ਜਿਹੜੀਆਂ ਪ੍ਰੀ ਕਲਾਸਿਸ ਨੇ LKG, UKG, ਨਰਸਰੀ, ਹੁਣ ਦੇ ਆਰ ਪਾਰਟ ਆਫ ਫਾਰਮਲ ਪੰਜਾਬ ਸਕੂਲ ਐਜੂਕੇਸ਼ਨ। ਠੀਕ ਹੈ, ਹਰੇਕ ਪ੍ਰਾਇਮਰੀ ਸਕੂਲ ਦੇ ਵਿੱਚ ਪਰਟੀਕੂਲਰ ਇੱਕ ਕਲਾਸਰੂਮ ਹੈ, 2 ਕਲਾਸਰੂਮ ਹੈ। ਠੀਕ ਹੈ, ਪ੍ਰੋਪਰ ਉਹਦੇ ਵਿੱਚ ਟॉयਜ਼ ਨੇ, ਪ੍ਰੋਪਰ ਉਹਦੇ ਵਿੱਚ ਸਮਾਰਟ ਕਲਾਸਰੂਮ ਵੀ ਲੱਗ, ਪਰ ਸਟੂਡੈਂਟ ਕਾਰਨਰ ਬਣਿਆ, ਸਭ ਕੁਝ ਬਣਿਆ। ਤਾਂ ਆਲਰੇਡੀ ਪੰਜਾਬ ਦੇ ਵਿੱਚ ਵੀ ਇਹਦੀ ਇੰਪਲੀਮੈਂਟੇਸ਼ਨ ਸਟਾਰਟ ਹੋ ਚੁੱਕੀ ਹੈ। ਠੀਕ ਹੈ, ਚਾਹੇ ਉਹ ਹਾਇਰ ਐਜੂਕੇਸ਼ਨ ਨੂੰ ਲੈ ਕੇ ਹੋਵੇ। ਹਾਇਰ ਐਜੂਕੇਸ਼ਨ 'ਚ ਹੁਣ ਜਿਹੜੇ ਟੀਚਰ ਰੱਖਣ ਦੀ ਕੁਆਲੀਫਿਕੇਸ਼ਨ ਸੀ ਉਹਦੇ 'ਚ ਚੇਂਜ ਹੋਏ ਸੀ, ਤਾਂ ਹੌਲੀ ਹੌਲੀ ਸਾਰਿਆਂ ਨੇ ਉਹਦੇ ਵੱਲ ਵਧਣਾ ਸ਼ੁਰੂ ਕਰਤਾ। ਜਿੱਦਾਂ ਇੱਕ ਇਹ ਜ਼ਰੂਰੀ ਕਰਤਾ ਕਿ NAAC ਹੈ, ਇੱਕ ਬੋਡੀ ਹੈ ਜਿਹੜੀ ਐਕ੍ਰੀਡੇਸ਼ਨ ਦਿੰਦੀ ਹੈ ਯੂਨੀਵਰਸਿਟੀਜ਼ ਨੂੰ, ਤਾਂ ਇਹ ਕਰਤਾ ਕਿ 2030 ਤੱਕ ਯੂਨੀਵਰਸਿਟੀ ਕੋਲ NAAC ਨਹੀਂ ਹੋਊਗਾ, ਜਾਂ NAAC ਦੀ A ਜਾਂ A+ ਐਕ੍ਰੀਡੇਸ਼ਨ ਨਹੀਂ ਹੋਊਗੀ, ਤਾਂ ਉਹਨੂੰ ਫਿਰ ਸੈਂਟਰ ਗਵਰਨਮੈਂਟ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਵੀ ਗ੍ਰਾਂਟ ਨਹੀਂ ਦਿੱਤੀ ਜਾਊਗੀ, ਜਿੱਦਾਂ ਰਿਸਰਚ ਗ੍ਰਾਂਟ ਮਿਲਦੀ ਜਾਂ UGC ਕੋਈ ਗ੍ਰਾਂਟਸ ਦਿੰਦੀਆਂ ਨੇ। ਤਾਂ ਹੌਲੀ ਹੌਲੀ ਪੰਜਾਬ ਦੇ ਵਿੱਚ ਵੀ ਇਹ ਲਾਗੂ ਹੋਣਾ ਸ਼ੁਰੂ ਹੋ ਗਿਆ, ਔਰ ਮੈਨੂੰ ਹੋਪ ਹੈ ਕਿ ਬਹੁਤ ਜਲਦੀ ਇਹ ਫੁੱਲੀ ਇੰਪਲੀਮੈਂਟ ਹੋ ਜਾਊਗੀ, ਔਰ ਇਹਦਾ ਬੈਨੀਫਿਟ ਹੀ ਹੋਣਾ ਹੈਗਾ ਬੱਚਿਆਂ ਨੂੰ। ਮੈਨੂੰ ਨਹੀਂ ਲੱਗਦਾ ਕਿ ਸੈਂਟਰ ਗਵਰਨਮੈਂਟ ਜਾਂ ਪੰਜਾਬ ਸਰਕਾਰ ਇਦਾਂ ਦੇ ਕਿਸੇ ਮੁੱਦੇ ਤੇ ਕੋਈ ਕਰਨਾ ਗਿਆ। ਜੀ ਜੀ ਜੀ। ਕਾਕੜ ਸਾਹਿਬ, ਇੱਕ ਚੀਜ਼ ਹੋਰ ਸਾਫ਼ ਕਰਿਓ ਜਰਾ। ਚਲੋ ਠੀਕ ਹੈ ਕਿ ਸਕੂਲੀ ਲੈਵਲ ਤੱਕ ਠੀਕ ਹੈ, ਜਦੋਂ ਬੱਚੇ 10th ਜਾਂ +2 ਜਾਣਗੇ ਜਾਂ ਅੱਗੇ ਕਾਲਜ ਲੈਵਲ ਤੱਕ ਜਾਣਗੇ, ਤਾਂ ਉੱਥੇ ਫਿਰ ਆ ਕੇ ਜਿਹੜੀ ਜਿਸ ਤਰ੍ਹਾਂ ਦੇ ਨਾਲ ਹੁਣ ਸਬਜੈਕਟ ਸੈਪਰੇਸ਼ਨ ਆ ਉਹਦੇ ਵਿੱਚ ਕਹਿੰਦੇ ਕਿ ਬਹੁਤ ਜ਼ਿਆਦਾ ਖੁੱਲ੍ਹ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ, ਫਿਰ ਉਹਦਾ ਸਟਾਫ ਦੀ ਪੂਰਤੀ ਦੇ ਲਈ ਕੀ ਹੱਲ ਹੋਏਗਾ ਤੁਹਾਡੇ ਹਿਸਾਬ ਨਾਲ? ਹਾਂ, ਇਹ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਕਿ ਆਪਣੇ ਨਾ ਜਿਹੜਾ ਹੁਣ ਸਿਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਬਹੁਤ ਹੀ ਰਿਜਿਡ ਹੈ। ਮਤਲਬ ਜਿੱਦਾਂ ਤੁਸੀਂ ਕੀ ਹੈ ਕਿ ਆਪਣਾ ਮੰਨ ਲਓ ਤੁਸੀਂ ਸਟੂਡੈਂਟ +1-2 ਦੀ ਗੱਲ ਕਰ ਲਈਏ ਜਾਂ ਗ੍ਰੈਜੂਏਸ਼ਨ ਦੀ ਗੱਲ ਕਰ ਲਈਏ, ਤਾਂ ਤੁਹਾਡੇ ਉਹੀ 4 ਸਬਜੈਕਟ ਨੇ ਜਿਹੜੇ ਤੁਸੀਂ ਪੜ੍ਹਨੇ ਆ, ਫਿਜ਼ਿਕਸ, ਕੈਮਿਸਟਰੀ, ਆਈਦਰ ਯੂ ਵਿਲ ਟੇਕ ਮੈਥ, ਯੂ ਵਿਲ ਬਾਇਓਲੋਜੀ। ਜੇ ਤੁਸੀਂ ਮੈਡੀਕਲ ਦੇ ਤੁਸੀਂ ਬਾਇਓਲੋਜੀ ਲੈ ਲਓਗੇ, ਜੇ ਤੁਸੀਂ ਉਹਦੇ ਨਾਨ ਮੈਡੀਕਲ ਦੇ ਹੋ ਤਾਂ ਤੁਸੀਂ ਮੈਥਮੈਟਿਕਸ ਲੈ ਲਓਗੇ। ਇਦਾਂ ਹੀ ਆਰਟਸ ਦੇ ਵਿੱਚ ਹੈ, ਕਮਰਸ ਦੇ ਵਿੱਚ। ਪਰ ਹੁਣ ਕੀ ਹੈ, ਹੁਣ ਮਾਨ ਸਾਹਿਬ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆ ਰਹੀ ਹੈ, ਇਹਨੂੰ ਕੀ ਕਰ ਰਿਹਾ ਕਿ ਇੰਟਰਡਿਸਪਲਿਨਰੀ ਕਰ ਰਹੇ ਨੇ। ਮੰਨ ਲਓ ਤੁਸੀਂ ਲਾਅ ਦੇ ਸਟੂਡੈਂਟ ਹੋ, ਪਰ ਤੁਸੀਂ ਕੀ ਕਰ ਸਕਦੇ ਹੋ ਕਿ ਤੁਸੀਂ ਲਾਅ ਪੜ੍ਹਦੇ ਇੱਕ ਕੋਰਸ ਦਾ ਲੈ ਸਕਦੇ ਹੋ, ਇੱਕ ਸਬਜੈਕਟ ਤੁਸੀਂ ਐਕਸਟਰਾ ਲੈ ਸਕਦੇ ਹੋ। ਠੀਕ ਹੈ, ਤਾਂ ਇਹ ਕੋਈ ਰਿਜਿਡਨੈਸ ਨਹੀਂ ਰਹਿ ਜਾਊਗੀ। ਤੇ ਇਹ ਚੀਜ਼ਾਂ ਨਾ ਇਹਨੂੰ ਕ੍ਰੈਡਿਟਸ ਬੋਲਦੇ। ਇਹ ਕੈਨੇਡਾ ਵਰਗੇ ਮੈਨੂੰ ਲੱਗਦਾ ਤੁਹਾਡਾ ਕੈਨੇਡਾ ਬੇਸਡ ਹੈ, ਤਾਂ ਉੱਥੇ ਇਹ ਚੀਜ਼ਾਂ ਆਲਰੇਡੀ ਚੱਲ ਰਹੀਆਂ ਨੇ ਕਿ ਇੱਕ ਸਟੂਡੈਂਟ ਨੇ ਸਪੋਜ਼ ਕਿ 1 ਸਾਲ ਦੇ 30 ਕ੍ਰੈਡਿਟਸ ਲੈਣੇ ਆ। ਠੀਕ, 30 ਸਬਜੈਕਟ ਨੇ, ਉਹ ਬੱਚੇ ਨੂੰ ਖੁੱਲ੍ਹ ਹੋਊਗੀ ਕਿ ਉਹ ਪਹਿਲੇ ਸਮੈਸਟਰ ਦੇ ਵਿੱਚ ਕਿਹੜੇ ਸਬਜੈਕਟ ਪੜ੍ਹੂਗਾ, ਸਮੈਸਟਰ ਪਹਿਲੇ ਸਾਲ ਕੋਈ ਲੈ ਲਿਆ ਸੀ ਕ੍ਰੈਡਿਟ, ਜਾਂ ਉਹਨੇ ਬਾਅਦ ਚੋਂ ਕੋਈ ਕੋਰਸ ਚੇਂਜ ਕੀਤਾ, ਤਾਂ ਜੇ ਉਸ ਸੇਮ ਕੋਰਸ ਦੇ ਵਿੱਚ ਉਹ ਜਿਹੜਾ ਉਹਨੇ ਪਹਿਲਾਂ ਪੜ੍ਹਿਆ ਸੀ ਤਾਂ ਉਹਦਾ ਉਹਨੂੰ ਕ੍ਰੈਡਿਟ ਮਿਲੂਗਾ। ਉਹਦੇ ਲਈ ਪ੍ਰੋਪਰ ਇੱਕ ਡਿਜੀਟਲ ਕ੍ਰੈਡਿਟ ਬੈਂਕ ਬਣਾਇਆ ਜਾਊਗਾ। ਕ੍ਰੈਡਿਟ ਇਨ ਦੀ ਉਹ ਕੋਈ ਮਨੀ ਵਾਲਾ ਕ੍ਰੈਡਿਟ ਨਹੀਂ,
ਮੰਨ ਲਓ ਸਬਜੈਕਟ ਪੜ੍ਹ ਲਿਆ ਪਾਰਟਿਕੂਲਰ 3 ਮਹੀਨਿਆਂ ਦੇ ਲਈ, ਮੈਂ ਉਹਦਾ ਐਗਜ਼ਾਮ ਕਲੀਅਰ ਕਰ ਲਿਆ ਤਾਂ ਮੈਨੂੰ ਉਹਦੇ 10 ਕ੍ਰੈਡਿਟ ਮਿਲ ਗਏ। ਤਾਂ ਪ੍ਰੋਪਰ ਹਰ ਬੱਚੇ ਦਾ ਇੱਕ ਕ੍ਰੈਡਿਟ ਬੈਂਕ ਬਣਾਇਆ ਹੋਊਗਾ ਤੇ ਅੱਗੇ ਜਾ ਕੇ ਵੀ ਜਦੋਂ ਉਹ ਕੋਈ ਵੀ ਕੋਰਸ ਕਰੂਗਾ, ਸਪੋਜ਼ ਉਹ ਮਾਸਟਰ ਪ੍ਰੋਗਰਾਮ ਕਰ ਰਿਹਾ ਹੈ ਤੇ ਉਹਦੇ 'ਚ ਉਦਾਂ ਦਾ ਕੋਈ ਕੋਰਸ ਸਬਜੈਕਟ ਹੈ, ਸਿਲੇਬਸ ਸੇਮ ਹੈ ਜਿਹੜਾ ਉਹਨੇ ਗ੍ਰੈਜੂਏਸ਼ਨ 'ਚ ਪੜ੍ਹਿਆ, ਸਬਜੈਕਟ ਕਰਨ ਦੀ ਲੋੜ ਨਹੀਂ, ਉਹਦਾ ਕ੍ਰੈਡਿਟ ਟ੍ਰਾਂਸਫਰ ਹੋ ਜਾਊਗਾ ਉਹਦੇ ਕ੍ਰੈਡਿਟ ਬੈਂਕ ਤੋਂ। ਤਾਂ ਦੇਖੋ ਇਹ ਬੜਾ ਵਧੀਆ ਹੈਗਾ। ਜਿਹੜੀਆਂ ਹੁਣ ਵਧੀਆ ਲੈਵਲ ਦੀਆਂ ਪ੍ਰਾਈਵੇਟ ਵੱਡੀਆਂ ਯੂਨੀਵਰਸਿਟੀਆਂ ਉਹਨਾਂ 'ਚ ਆਲਰੇਡੀ ਹੀ ਇਹ ਸਿਸਟਮ ਚੱਲ ਰਿਹਾ, ਇਹਨੂੰ ਬੋਲਦੇ ਆ ਚੋਇਸ ਬੇਸਡ ਕ੍ਰੈਡਿਟ ਸਿਸਟਮ ਜੀ। ਮੈਂ ਜਿਹੜੀ ਯੂਨੀਵਰਸਿਟੀ 'ਚ ਲਾਸਟ ਮੇਰੀ ਜੌਬ ਸੀਗੀ ਪਲੈਨਿੰਗ ਐਂਡ ਡਿਵੈਲਪਮੈਂਟ ਤੋਂ, ਉੱਥੇ ਵੀ ਅਸੀਂ ਇਹ ਚੀਜ਼ ਇਨਕਲਕੇਟ ਕੀਤੀ ਸੀ ਸਾਡੇ ਸਿੱਖਿਆ ਪ੍ਰਬੰਧ ਦੇ ਵਿੱਚ ਕਿ ਕੋਈ ਵੀ ਬੱਚਾ, ਮੰਨ ਲਓ ਕੋਈ ਨਰਸਿੰਗ ਦਾ ਬੱਚਾ ਹੈ, ਕੋਈ ਐਗਰੀਕਲਚਰ ਬੱਚਾ, ਕੋਈ ਮੈਨੇਜਮੈਂਟ ਦਾ ਬੱਚਾ ਹੈ, ਤਾਂ ਉਹ ਹਰ ਸਾਲ 2 ਸਬਜੈਕਟ ਕਿਸੇ ਵੀ ਦੂਜੇ ਸਕੂਲ ਦੇ ਲੈ ਸਕਦਾ ਹੈ। ਮੰਨ ਲਓ ਉਹਦੇ 8 ਸਮੈਸਟਰ ਸੀ, ਉਹਨੇ 2 ਸਬਜੈਕਟ ਸਮੈਸਟਰ ਦੇ ਵਿੱਚ ਲਾਅ ਦੇ ਲੈ ਲਏ, ਤਾਂ ਉਹਨੂੰ ਅਲੌਂਗ ਵਿਦ ਹਿਸ ਡਿਗਰੀ ਲਾਅ ਦਾ ਵੀ ਇੱਕ ਅਸੀਂ ਡਿਪਲੋਮਾ ਸਰਟੀਫਿਕੇਟ ਉਹਨੂੰ ਇਸ਼ੂ ਕਰਾਂਗੇ ਕਿ ਹਾਂ ਇਹਨੇ 8 ਸਬਜੈਕਟ ਲਾਅ ਵੀ ਪੜ੍ਹਿਆ ਜੀ। ਡਿਸਕ੍ਰੈਡਿਟ ਸਮਝ ਆਉਣਗੇ, ਅੱਗੇ ਜਾ ਕੇ ਕਿਤੇ ਵੀ ਉਹਨਾਂ ਨੂੰ ਯੂਜ਼ ਕਰ ਸਕਦੇ। ਇਹ ਤਾਂ ਹੋ ਗਿਆ ਇਹਦਾ ਇੱਕ ਪੱਖ। ਹੁਣ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਇੰਨੀ ਜ਼ਿਆਦਾ ਚੋਇਸ ਵਾਸਟ ਕਰ ਦੇਣਗੇ ਤਾਂ ਉਹਦੇ ਲਈ ਫਿਰ ਫੈਸਿਲਿਟੀ ਦੀ ਅਰੇਂਜਮੈਂਟ ਵੀ ਹੋਣੀ ਚਾਹੀਦੀ ਹੈ। ਤਾਂ ਇਹ ਚੀਜ਼ ਤੇ ਸਰਕਾਰ ਨੇ ਦੇਖੋ ਬਜਟਿੰਗ ਕੀਤੀ ਹੈ, ਔਰ ਸਰਕਾਰ ਨੂੰ ਇਹ ਚੀਜ਼ ਇੰਸ਼ੋਰ ਕਰਨੀ ਪਊਗੀ ਕਿ ਤੁਸੀਂ ਸਿਸਟਮ ਤਾਂ ਕੈਨੇਡਾ ਵਾਲਾ ਬਣਾ ਲਓਗੇ, ਕਾਗਜ਼ਾਂ 'ਚ ਬਣਾਉਣਾ ਔਖਾ ਨਹੀਂ ਹੁੰਦਾ ਜਦੋਂ ਅਸਲ ਤੇ ਕਰਨਾ ਹੈ। ਕਿਉਂਕਿ ਆਪਾਂ ਦੇਖਦੇ ਹਾਂ ਆਪਣੀਆਂ ਯੂਨੀਵਰਸਿਟੀਆਂ, ਆਪਣੇ ਕਾਲਜਾਂ ਦੇ ਵਿੱਚ ਕਿੰਨੀਆਂ ਕੁ ਪੋਸਟਾਂ ਭਰੀਆਂ ਹੋਈਆਂ। ਜੇ ਆਪਾਂ ਆਪਣੇ ਪੰਜਾਬ ਦੀ ਗੱਲ ਕਰ ਲਈਏ, ਮੈਨੂੰ ਲੱਗਦਾ ਪਿਛਲੇ 15-20 ਸਾਲਾਂ ਤੋਂ ਇੱਕ ਵੀ ਸਰਕਾਰੀ ਪੋਸਟ ਹੀ ਨਹੀਂ ਭਰੀ ਗਈ ਕਿਸੇ ਲੈਕਚਰਰ ਦੀ, ਅਸਿਸਟੈਂਟ ਪ੍ਰੋਫੈਸਰ ਦੀ। ਪਿੱਛੇ ਜੇ ਨਿਕਲੀਆਂ ਸੀਗੀਆਂ ਜਿਹੜੀਆਂ ਪੋਸਟਾਂ, ਉਹ ਵੀ ਹਾਈ ਕੋਰਟ ਦੇ ਵਿੱਚ ਜਾਂ ਉਹਦੇ 'ਚ ਲਿਟੀਗੇਸ਼ਨਾਂ 'ਚ ਪਈਆਂ। ਤਾਂ ਇਹ ਚੀਜ਼ਾਂ ਲਾਗੂ ਕਰਨ ਤੋਂ ਪਹਿਲਾਂ ਸਰਕਾਰਾਂ ਨੂੰ ਮੇਕ ਸ਼ੋਰ ਕਰਨਾ ਪਊਗਾ ਕਿ ਜਿਹੜੀ ਟੀਚਰ ਤੇ ਫੈਕਲਟੀ ਰੇਸ਼ੋ ਹੈ ਉਹ ਪ੍ਰੋਪਰ ਕੀਤਾ ਜਾਵੇ। ਹੁਣ ਕੀ ਹੈ ਕਿ ਹੁਣ ਤਾਂ ਜਿਹੜੇ ਸਾਡੇ ਸਰਕਾਰੀ ਕਾਲਜ ਹੈ, ਚਾਹੇ ਇੱਥੋਂ ਦੇ ਆ ਚਾਹੇ ਬਾਹਰ ਦੇ ਆ, ਉਹ ਕੀ ਹੈ ਕਿ ਉਹ ਗੈਸਟ ਫੈਕਲਟੀਆਂ ਨਾਲ ਚੱਲੀ 18,000 ਤੇ ਰੱਖ ਲੈਂਦੇ ਨੇ 9 ਮਹੀਨਿਆਂ ਲਈ। 9 ਮਹੀਨੇ ਬਾਅਦ ਫੇਰ ਦੁਬਾਰਾ ਉਹਨਾਂ ਨੂੰ ਇੰਟਰਵਿਊ ਦੇਣੀ ਪੈਂਦੀ ਹੈ। ਨਾ ਉਹਨਾਂ ਦੇ ਵਿੱਚ ਕੋਈ ਜੌਬ ਸਿਕਿਉਰਿਟੀ ਹੈ, ਨਾ ਉਸ ਲੈਵਲ ਦੀ ਉਹਨਾਂ ਦੀ ਕੁਆਲੀਫਿਕੇਸ਼ਨ ਹੁੰਦੀਆਂ ਨੇ। ਤਾਂ ਸਰਕਾਰਾਂ ਨੂੰ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਪਹਿਲਾਂ ਇਹ ਚੀਜ਼ਾਂ ਮੇਕ ਸ਼ੋਰ ਕਰਨੀਆਂ ਪੈਣੀਆਂ ਨੇ ਕਿ ਜਿਹੜੇ ਪ੍ਰੋਫੈਸਰ ਨੇ, ਜਿਹੜੇ ਅਸਿਸਟੈਂਟ ਨੇ, ਜਿਹੜੇ ਰੀਡਰ ਨੇ, ਉਹ ਸਾਡੇ ਹਾਇਰ ਐਜੂਕੇਸ਼ਨ ਸਿਸਟਮ ਦੇ ਵਿੱਚ ਜਿੰਨੇ ਹੋਣੇ ਚਾਹੀਦੇ ਨੇ ਉਹ ਓਨੇ ਹੋਣ। ਹੁਣ ਇੱਥੇ ਮੈਂ ਛੋਟੀ ਜਿਹੀ ਚੀਜ਼ ਦੱਸਣੀ ਚਾਹੂੰਗਾ ਕਿ ਜਦੋਂ ਮੈਂ MBA ਕੀਤੀ ਮਾਨ ਸਾਹਿਬ ਆਪਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਤੋਂ, ਜਦੋਂ ਅਸੀਂ MBA ਕਰਦੇ ਸੀ ਨਾ, ਸਾਡੇ MBA ਦੇ ਵਿੱਚ ਕੁਝ ਸਬਜੈਕਟ ਸੀ ਜਿਹੜੇ ਹੋਰ ਸਕੂਲ ਦੇ ਸੀ। ਜਿੱਦਾਂ ਇਕਨੋਮਿਕਸ ਹੈ, ਇਕਨੋਮਿਕਸ ਮੈਨੇਜਮੈਂਟ ਦਾ ਕੋਰ ਸਬਜੈਕਟ ਨਹੀਂ, ਇਕਨੋਮਿਕਸ ਸਬਜੈਕਟ ਹੈ। ਠੀਕ ਹੈ, ਜਿੱਦਾਂ ਸਾਨੂੰ ਪ੍ਰੋਡਕਸ਼ਨ ਮੈਨੇਜਮੈਂਟ ਇੱਕ ਬੇਸਿਕਲੀ ਮੈਨੇਜਮੈਂਟ ਦਾ ਸਬਜੈਕਟ ਨਹੀਂ ਹੈ, ਇੰਜੀਨੀਅਰਿੰਗ ਦਾ ਸਬਜੈਕਟ ਹੈ, ਮਕੈਨੀਕਲ ਇੰਜੀਨੀਅਰਿੰਗ ਦਾ। ਤਾਂ ਜਿਹੜੇ ਸਾਡੇ ਟੀਚਰ ਸੀ, ਸਾਨੂੰ ਜਿਹੜਾ ਪੜ੍ਹਾਉਣ ਵਾਲੇ ਟੀਚਰ ਆਉਂਦੇ ਸੀ ਉਹ ਇਹਨਾਂ ਡਿਪਾਰਟਮੈਂਟਸ ਦੇ ਆਉਂਦੇ ਸੀ। ਸਾਨੂੰ ਇੰਜੀਨੀਅਰਿੰਗ ਦੇ ਮਕੈਨੀਕਲ ਡਿਪਾਰਟਮੈਂਟ ਦੇ ਪੰਜਾਬੀ ਯੂਨੀਵਰਸਿਟੀ ਦੇ ਹੈੱਡ ਸੀ JS ਖੰਬਾ ਸਾਹਿਬ, ਉਹ ਪ੍ਰੋਡਕਸ਼ਨ ਮੈਨੇਜਮੈਂਟ ਪੜ੍ਹਾਉਂਦੇ ਸੀ। ਪਰ ਜਿੰਨੇ ਸਾਡੇ ਪ੍ਰਾਈਵੇਟ ਸਕੂਲ ਜਾਂ ਪ੍ਰਾਈਵੇਟ ਯੂਨੀਵਰਸਿਟੀਜ਼ ਆ, ਉਹ ਕੀ ਕਰ ਰਹੀਆਂ ਨੇ, ਉਹ ਸਾਰੀ ਜਿਹੜੀ ਪੜ੍ਹਾਈ ਹੈ ਉਹ ਉਸੇ ਸਬਜੈਕਟ ਦੇ ਟੀਚਰਾਂ ਤੋਂ ਪੜ੍ਹਾ ਰਹੀਆਂ। ਮੰਨ ਲਓ MBA ਲਈ ਉਹਨਾਂ ਨੇ 8 ਫੈਕਲਟੀ ਮੈਂਬਰ ਰੱਖ ਲਏ ਜਿਨ੍ਹਾਂ ਨੇ MBA ਕੀਤੀ ਹੈ, PhD ਕੀਤੀ ਹੈ। ਪਰ ਜਿਹੜਾ ਸਬਜੈਕਟ ਇਕਨੋਮਿਕਸ ਦਾ, ਉਹਨਾਂ ਨੂੰ ਇਕਨੋਮਿਕਸ ਡਿਪਾਰਟਮੈਂਟ ਦੇ ਪ੍ਰੋਫੈਸਰ ਤੋਂ ਪੜ੍ਹਾਉਣਾ ਚਾਹੀਦਾ ਸੀ। ਜਿਹੜਾ ਪ੍ਰੋਡਕਸ਼ਨ ਦਾ ਪ੍ਰੋਡਕਸ਼ਨ ਦੇ ਪ੍ਰੋਫੈਸਰ ਤੋਂ ਪੜ੍ਹਾਉਣਾ ਚਾਹੀਦਾ ਸੀ। ਉਹ ਕੀ ਹੈ, MBA PhD ਵਾਲੇ ਤੋਂ ਪੜ੍ਹਾਈ ਜਾਂਦੇ ਤਾਂ ਕਿ ਉਹ ਉਹਨੇ ਵਧੀਆ ਲੈਵਲ ਤੇ ਪੜ੍ਹਾਈ ਪਾਊਗਾ। ਤਾਂ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਹੈ ਉਹਦੇ 'ਚ ਇੱਦਾਂ ਦੀਆਂ ਵੀ ਇਹ ਚੀਜ਼ਾਂ ਜ਼ਰੂਰੀ ਬਣਾਈਆਂ ਗਈਆਂ ਨੇ ਕਿ ਜਿਹੜੇ ਸਪੈਸ਼ਲਾਈਜ਼ਡ ਸਬਜੈਕਟ ਹੈ ਤਾਂ ਉਹਨਾਂ ਨੂੰ ਪੜ੍ਹਾਉਣ ਲਈ ਟੀਚਰ ਵੀ ਸਪੈਸ਼ਲਾਈਜ਼ਡ ਹੋਣਗੇ। ਇਹ ਨਹੀਂ ਕਿ ਤੁਸੀਂ ਮਤਲਬ ਕੋਈ ਪਾਰਟੀਕੂਲਰ ਇੱਕ ਕੋਰਸ ਦੀ PhD ਵਾਲੇ ਬੰਦਿਆਂ ਤੋਂ ਹੀ ਸਾਰੇ ਤਰ੍ਹਾਂ ਦੇ ਸਬਜੈਕਟ ਪੜ੍ਹਾਈ ਜਾਓ। ਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸਰਕਾਰਾਂ ਨੂੰ ਪਹਿਲਾਂ ਜਿਹੜੇ ਨੰਬਰ ਆਫ ਪ੍ਰੋਫੈਸਰਸ ਨੇ, ਨੰਬਰ ਆਫ ਅਸਿਸਟੈਂਟ ਪ੍ਰੋਫੈਸਰਸ ਨੇ, ਉਹਨਾਂ ਦੀ ਗਿਣਤੀ ਪੂਰੀ ਕਰਨੀ ਪਊਗੀ। ਉਹਦੇ ਲਈ ਪ੍ਰੋਪਰ ਬਜਟ ਰੱਖਣਾ ਪਊਗਾ। ਉਹਨਾਂ ਨੂੰ ਵਧੀਆ ਲੈਵਲ ਤੇ ਉਹ ਚੀਜ਼ਾਂ ਨੂੰ ਇੰਪਲੀਮੈਂਟ ਕਰਾਉਣਾ ਪਊਗਾ। ਪ੍ਰੋਪਰ ਭਰਤੀਆਂ ਕਰਨੀਆਂ ਪੈਣਗੀਆਂ, ਫੇਰ ਹੀ ਇਹ ਚੀਜ਼ਾਂ ਲਾਗੂ। ਨਹੀਂ ਤਾਂ ਫਿਰ ਕਾਗਜ਼ ਦਾ ਜੋ ਮਰਜ਼ੀ ਕਰੀ ਜਾਓ। ਪਹਿਲਾਂ ਵੀ ਆਪਣੇ ਬੜਾ ਕੁਝ ਚੱਲੀ ਜਾਂਦਾ ਕਾਗਜ਼ਾਂ 'ਚ, ਆਪਾਂ ਵਿਸ਼ਵ ਗੁਰੂ ਕਿੰਨੇ ਵਾਰੀ ਬਣ ਚੁੱਕੇ ਹਾਂ। ਪਰ ਅਸਲ 'ਚ ਜੇ ਸਿੱਖਿਆ ਦੇ ਖੇਤਰ 'ਚ ਅਸੀਂ ਸੱਚਮੁੱਚ ਵਧਣਾ ਤਾਂ ਸਾਨੂੰ ਇਹਨਾਂ ਸਮੱਸਿਆਵਾਂ ਨੂੰ ਨਿਊ ਐਜੂਕੇਸ਼ਨ ਪਾਲਿਸੀ ਲਾਗੂ ਕਰਨ ਦੌਰਾਨ ਜਾਂ ਲਾਗੂ ਕਰਨ ਤੋਂ ਪਹਿਲਾਂ ਹੀ ਦੂਰ ਕਰਨਾ ਪਊਗਾ। ਤਾਂ ਹੀ ਇਹ ਚੀਜ਼ਾਂ ਚੋਇਸ ਬੇਸਡ ਕ੍ਰੈਡਿਟ ਸਿਸਟਮ ਜਾਂ ਜਿਹੜੀ ਇੰਟਰਡਿਸਪਲਿਨਰੀ ਅਪਰੋਚ ਹੈ ਇਹਨੂੰ ਲਾਗੂ ਕਰ ਪਾਵਾਂਗੇ। ਜੀ 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 ਤੇ ਕੱਕੜ ਸਾਹਿਬ, ਵੈਸੇ ਤਾਂ ਕੋਈ ਸਕੀਮ ਜਦੋਂ ਆਉਂਦੀ ਆ, ਪਾਲਿਸੀ ਆਉਂਦੀ ਆ, ਉਹ ਤੋਂ ਇੰਪਲੀਮੈਂਟ ਹੋਣ ਤੋਂ ਬਾਅਦ ਪਤਾ ਲੱਗਦਾ ਕਿ ਬਈ ਇਹਦੇ ਨੁਕਸਾਨ ਕੀ ਆ। ਤਾਂ ਤੁਹਾਡੀ ਸਮਝ ਦੇ ਮੁਤਾਬਕ ਇਹਦੀਆਂ ਕਮੀਆਂ ਕੀ ਜਾਂ ਨੁਕਸਾਨ ਕੀ ਹੋ ਸਕਦੇ ਇਸ ਚੀਜ਼ ਦੇ, ਜਾਂ ਇਸ ਪਾਲਿਸੀ ਨੂੰ ਜਿੱਦਾਂ ਇੰਪਲੀਮੈਂਟ ਹੋ ਜਾਏਗੀ? ਦੇਖੋ, ਜਿਹੜੀਆਂ ਐਜੂਕੇਸ਼ਨਿਸਟ ਕਰ ਰਹੇ ਨੇ, 2-3 ਚੀਜ਼ਾਂ ਨੇ ਮਾਨ ਸਾਹਿਬ ਜਿਨ੍ਹਾਂ ਤੇ ਜ਼ਿਆਦਾ ਡਿਸਕਸ਼ਨ ਹੋ ਰਹੀ ਹੈ।
ਜਿਹੜਾ ਬਹੁਤ ਵਰਗ ਵੱਲੋਂ ਹਟਾਇਆ ਜਾ ਰਿਹਾ ਹੈ ਉਹ ਹੈ ਬਹੁਤ ਜ਼ਿਆਦਾ ਪ੍ਰਾਈਵੇਟਾਈਜੇਸ਼ਨ ਜੀ, ਕਿਉਂਕਿ ਇਹਦੇ 'ਚ ਨਾ ਬਹੁਤ ਜ਼ਿਆਦਾ ਜਿੱਦਾਂ ਇੰਟਰਨੈਸ਼ਨਲ ਯੂਨੀਵਰਸਿਟੀਜ਼ ਨੇ ਉਹਨਾਂ ਨੂੰ ਲਿਆਉਣ ਦਾ ਇੱਕ ਬਹੁਤ ਜ਼ਿਆਦਾ ਇਹਦੇ 'ਚ ਪ੍ਰਾਵਧਾਨ ਰੱਖੇ ਗਏ ਨੇ, ਇਹਦੇ 'ਚ ਕਲੌਜ਼ਸ ਰੱਖੀਆਂ ਗਈਆਂ ਕਿ ਕਿੱਦਾਂ ਹੌਲੀ ਹੌਲੀ ਜਿੰਨੀ ਇੰਟਰਨੈਸ਼ਨਲ ਐਜੂਕੇਸ਼ਨ ਹੈ, ਜਿੰਨੇ ਵੱਡੇ ਇੰਟਰਨੈਸ਼ਨਲ ਐਜੂਕੇਸ਼ਨਲ ਪਲੇਅਰਸ ਨੇ ਉਹਨਾਂ ਨੂੰ ਅਸੀਂ ਇੰਡੀਆ 'ਚ ਲੈ ਕੇ ਆਵਾਂਗੇ। ਤਾਂ ਇੱਕ ਤਾਂ ਇਹਦੇ 'ਚ ਇਹ ਤੌਖਲਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਹੌਲੀ ਹੌਲੀ ਸਿੱਖਿਆ ਦਾ ਜਿਹੜਾ ਹੋ ਚੁੱਕਿਆ ਉਹ ਹੋਰ ਵੱਧ ਜਾਊਗਾ। ਜਿੱਦਾਂ ਕੀ ਹੈ ਕਿ ਜਿੰਨੇ ਮੰਨ ਲਓ ਫੋਰਨ ਦੀ ਯੂਨੀਵਰਸਿਟੀ ਹੈ, ਕੋਈ ਇੰਗਲੈਂਡ ਦੀ ਯੂਨੀਵਰਸਿਟੀ ਹੈ, ਕੋਈ USA ਦੀ ਯੂਨੀਵਰਸਿਟੀ ਹੈ, ਕੋਈ ਆਸਟ੍ਰੇਲੀਆ ਦੀ ਯੂਨੀਵਰਸਿਟੀ ਹੈ, ਦੇ ਵਿਲ ਓਪਨ ਅ ਕੈਂਪਸ ਇਨ ਇੰਡੀਆ। ਠੀਕ ਹੈ, ਆਲਰੇਡੀ ਪ੍ਰੋਸੈਸ ਸਟਾਰਟ ਹੋ ਗਿਆ। 150 ਦੇ ਕਰੀਬ ਜਿਹੜੀਆਂ ਯੂਨੀਵਰਸਿਟੀਜ਼ ਆ ਫੋਰਨ ਦੀਆਂ ਉਹ ਲਾਈਨ 'ਚ ਲੱਗੀਆਂ ਹੋਈਆਂ ਕਿ ਸਾਨੂੰ ਅਪਰੂਵਲ ਮਿਲ ਜੇ। ਇਕੱਲੇ ਮਹਾਰਾਸ਼ਟਰ ਦੇ ਵਿੱਚ ਹੀ 40 ਦੇ ਕਰੀਬ ਜਿਹੜੀਆਂ ਫੋਰਨ ਦੀ ਯੂਨੀਵਰਸਿਟੀਆਂ ਨੇ ਅਪਰੂਵਲ ਦੇ ਲਈ ਅਪਲਾਈ ਕੀਤਾ। ਉਹਦੇ ਨਾਲ ਕੀ ਹੋਊਗਾ, ਇੱਕ ਤਾਂ ਜਿਹੜੀ ਸਾਡੀ ਸਿੱਖਿਆ ਹੈ ਉਹ ਬਹੁਤ ਜ਼ਿਆਦਾ ਮਹਿੰਗੀ ਹੋ ਜੂਗੀ ਕਿਉਂਕਿ ਇੰਟਰਨੈਸ਼ਨਲ ਯੂਨੀਵਰਸਿਟੀਆਂ ਆਉਣਗੀਆਂ, ਉਹਨਾਂ ਦੀਆਂ ਜਿਹੜੀਆਂ ਫੀਸਸ ਹੈ ਉਹ ਉਸ ਲੈਵਲ ਦੀਆਂ ਹੋਣਗੀਆਂ। ਤੇ ਆਪਾਂ ਪਹਿਲਾਂ ਦੇਖਿਆ ਇਕੱਲੀ ਸਿੱਖਿਆ ਗੱਲ ਨਹੀਂ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਹੁੰਦਾ ਕਿ ਜਦੋਂ ਇੰਡੀਆ 'ਚ ਕੋਕਾ ਕੋਲਾ ਆਈ ਤਾਂ ਉਦੋਂ ਲੋਕਲ ਬੜੇ ਬ੍ਰਾਂਡ ਹੁੰਦੇ ਸੀ, ਕੈਂਪਾ ਕੋਲਾ, ਫੈਂਟਾ, ਹੋਰ ਬੜੇ ਆਪਾਂ ਦੇਖਦੇ ਹੁੰਦੇ ਸੀ। ਤਾਂ ਕੋਕਾ ਅੱਧੇ ਤੋਂ ਜ਼ਿਆਦਾ ਬ੍ਰਾਂਡ ਕੋਕਾ ਕੋਲਾ ਖਾ ਗਈ, ਜਿਹੜੇ ਕੋਈ ਬਚੇ ਖੁਚੇ ਸੀ ਉਹਨਾਂ ਨੂੰ ਪੈਪਸੀ ਖਾ ਤੇ ਹੁਣ ਕਿਸੇ ਨੂੰ ਯਾਦ ਹੀ ਨਹੀਂ ਕਿ ਉਹ ਬ੍ਰਾਂਡ ਵੀ ਕੋਈ ਹੁੰਦੇ ਸੀ। ਕਿਉਂ ਉਹਨਾਂ ਕੋਲ ਫੰਡਸ ਬਹੁਤ ਸੀ, ਇਹਨਾਂ ਦਾ ਜਿਹੜੀ ਮਾਰਕੀਟਿੰਗ ਸੀ ਅਮੀਰ ਖਾਨ ਨੂੰ ਚੜਾਤਾ ਸੀ ਠੰਡਾ ਮਤਲਬ ਕੋਕਾ ਕੋਲਾ। ਤਾਂ ਇਹ ਚੀਜ਼ਾਂ ਸੀ, ਇਹਨਾਂ ਦਾ ਮੁਕਾਬਲਾ ਫਿਰ ਲੋਕਲ ਪਲੇਅਰ ਨਹੀਂ ਕਰ ਪਾਏ। ਤਾਂ ਸਿਮਿਲਰ ਚੀਜ਼ ਕੀ ਹੈ ਕਿ ਸਾਡੇ ਸਿੱਖਿਆ ਪ੍ਰਬੰਧ ਦੇ ਵਿੱਚ ਵੀ ਹੋ ਸਕਦੀ ਹੈ। ਜਿਹੜੇ ਬੋਰਡ ਆ ਜਾਣਗੇ, ਠੀਕ ਹੈ, ਜਦੋਂ ਫੋਰਨ ਦੀਆਂ ਯੂਨੀਵਰਸਿਟੀਜ਼ ਆ ਜਾਣਗੀਆਂ ਹੋਊਗਾ ਕਿ ਜਿਹੜੀਆਂ ਸਾਡੀਆਂ ਡੋਮੈਸਟਿਕ ਇੰਸਟੀਟਿਊਸ਼ਨ ਨੇ ਉਹ ਉਹਨਾਂ ਦੇ ਮੁਕਾਬਲੇ ਸਰਵਾਈਵ ਕਰ ਪਾਉਣਗੀਆਂ। ਕੁਝ ਲੋਕ ਇਹਨੂੰ ਪੋਜ਼ਿਟਿਵ ਵੀ ਲੈ ਰਹੇ ਆ ਕਿ ਦੇਖੋ ਜੀ ਕੰਪੀਟੀਸ਼ਨ ਵਧੂਗਾ, ਕੰਪੀਟੀਸ਼ਨ ਜਦੋਂ ਜਿੱਥੇ ਵੀ ਕੰਪੀਟੀਸ਼ਨ ਹੁੰਦਾ ਉਹਦਾ ਫਾਇਦਾ ਹੁੰਦਾ ਉਹ ਕਸਟਮਰ ਨੂੰ ਹੁੰਦਾ। ਬਟ ਮੈਨੂੰ ਨਹੀਂ ਇੱਥੇ ਲੱਗਦਾ ਕਿਉਂਕਿ ਇਹਦੇ 'ਚ ਬਹੁਤ ਹੱਦ ਤੱਕ ਰਾਜਸੀ ਹਿੱਤ ਵੀ ਇਨਵੋਲਵ ਹੋਣਗੇ। ਠੀਕ ਹੈ, ਜਿਹੜਾ ਇਹਨੂੰ ਇੰਪਲੀਮੈਂਟੇਸ਼ਨ ਕਰਵਾਉਣ ਵਾਲੀ ਉਹ ਬਣੂਗੀ, ਉਹਦਾ ਮੁਖੀ ਪ੍ਰਧਾਨ ਮੰਤਰੀ ਹੋਊਗਾ। ਤਾਂ ਰਾਜਸੀ ਲੋਕ ਜੁੜੇ ਹੋਣਗੇ, ਰਾਜਸੀ ਲੋਕਾਂ ਦੇ ਆਪਣੇ ਇਕਨੋਮਿਕ ਹਿੱਤ ਜੁੜੇ ਹੋਣਗੇ। ਇੱਕ ਤਾਂ ਇਹ ਬਹੁਤ ਵੱਡਾ ਤੌਖਲਾ ਪ੍ਰਗਟਾਇਆ ਜਾ ਰਿਹਾ ਹੈ ਕਿ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਉਹ ਬਹੁਤ ਹੱਦ ਤੱਕ ਭਾਰੂ ਹੋ ਜਾਊਗੀ। ਜਿਹੜਾ ਸਿੱਖਿਆ ਆਲਰੇਡੀ ਇੱਕ ਤਰ੍ਹਾਂ ਦਾ ਵਪਾਰ ਬਣ ਚੁੱਕਿਆ ਉਹ ਬਿਲਕੁਲ ਹੀ ਇੱਕ ਪਿਓਰ ਬਿਜ਼ਨਸ ਹੋ ਜਾਊਗਾ। ਠੀਕ ਹੈ, ਜਿਹੜਾ ਸਾਡਾ ਪੁਰਾਣਾ ਸਿੱਖਿਆ ਦਾ ਕੰਸੈਪਟ ਸੀ, ਗੁਰੂ ਸ਼ਿਸ਼ ਦਾ ਕੰਸੈਪਟ ਸੀ, ਉਹ ਚੀਜ਼ਾਂ ਦੂਰ ਹੋ ਜਾਣਗੀਆਂ। ਸਿੱਧਾ ਪੈਸਾ ਤਮਾਸ਼ਾ ਦੇਖ ਵਾਲਾ ਸਿਸਟਮ ਬਣ ਜਾਊਗਾ। ਇੱਕ ਤਾਂ ਇਹ ਚੀਜ਼ ਹੈ। ਦੂਜੀ ਹੈ ਕਿ ਜਿਹੜਾ ਇਹਨਾਂ ਨੇ ਸਿਸਟਮ ਨੇ ਕਾਲਜਸ ਦੇ ਉੱਪਰ ਬੜਾ ਡੰਡਾ ਹੁੰਦਾ ਹੈ। AICT ਦਾ ਡੰਡਾ ਅਲੱਗ ਤੋਂ ਹੋਊਗਾ, UGC ਦਾ ਡੰਡਾ ਅਲੱਗ ਤੋਂ ਹੋਊਗਾ, ਫਿਰ ਉਹਦੀ ਇੱਕ ਕਿਸੇ ਪਾਰਟਿਕੂਲਰ ਯੂਨੀਵਰਸਿਟੀ ਦੇ ਨਾਲ ਐਫੀਲੀਏਸ਼ਨ ਹੋਊਗੀ, ਉਹ ਸਾਰਾ ਕੁਝ ਉਹਨੂੰ ਉਹਦੇ ਨੋਰਮਸ ਫੋਲੋ ਕਰਨੇ ਪੈਣਗੇ। ਪਰ ਇਹਦੇ 'ਚ ਇਹ ਕੀ ਸਿਸਟਮ ਲੈ ਕੇ ਆ ਰਿਹਾ ਹੈ ਕਿ ਜਿਹੜੇ ਕਾਲਜਸ ਨੇ ਉਹਨਾਂ ਨੂੰ ਹੌਲੀ ਹੌਲੀ ਅਸੀਂ ਆਟੋਨੋਮਸ ਕਰ ਦੇਣਾ ਕਿ ਸਾਰਾ ਪ੍ਰਬੰਧ ਉਹ ਚਲਾਉਣਗੇ, ਡਿਗਰੀਆਂ ਵੀ, ਸਾਰਾ ਐਗਜ਼ਾਮ ਸਿਸਟਮ ਵੀ ਉਹਨਾਂ ਦਾ ਆਪਣਾ ਹੋਊਗਾ, ਡਿਗਰੀਆਂ ਵੀ ਉਹ ਆਪੇ ਲੈਣਗੇ। ਤਾਂ ਆਪਾਂ ਮਾਨ ਸਾਹਿਬ ਹੁਣ ਨਾਰਮਲੀ ਸੁਣਦੇ ਆ ਜੀ ਹਿਮਾਚਲ ਦੀ ਫਲਾਣੀ ਯੂਨੀਵਰਸਿਟੀ 30,000 ਰੁਪਇਆ ਦਿਓ ਡਿਗਰੀ ਲੈ ਲਓ, ਰਾਜਸਥਾਨ ਤੋਂ ਜਿਹੜੀ ਮਰਜ਼ੀ ਤੁਸੀਂ ਲੱਖ ਰੁਪਇਆ ਕੱਢੋ, 1.5 ਲੱਖ ਕੱਢੋ, PhD ਲੈ ਲਓ। ਤਾਂ ਜਿਹੜਾ ਇਹ ਸਿਸਟਮ ਆਲਰੇਡੀ ਆਪਣੇ ਚੱਲ ਰਿਹਾ, ਜਦੋਂ ਕਾਲਜਾਂ ਨੂੰ ਆਟੋਨਮੀ ਮਿਲ ਜੂਗੀ ਕਿ ਕਾਲਜ ਹੀ ਡਿਗਰੀ ਦੇ ਸਕਦਾ, ਕਾਲਜ ਹੀ ਸਭ ਕੁਝ ਦੇ ਸਕਦਾ, ਤਾਂ ਇਹ ਚੀਜ਼ਾਂ ਦੇ ਨਾਲ ਕੀ ਹੈ ਕਿ ਆਪਣਾ ਲੋਕਾਂ ਨੂੰ ਇਹਦਾ ਨੁਕਸਾਨ ਹੋਣਾ, ਫਰਜ਼ੀਵਾੜਾ ਵਧਣਾ ਹੈ, ਡਿਗਰੀਆਂ ਘਰ ਘਰ ਵਿਕਣ ਵਾਲਾ ਸਿਸਟਮ ਹੋ ਜਾਣਾ ਹੈ ਕਿ ਡਿਗਰੀਆਂ ਘਰ ਘਰ ਵਿਕਣ ਲੱਗ ਜਾਣੀਆਂ। ਆਪਣੇ ਕਾਲਜ 150 ਦੇ ਕਰੀਬ ਇੰਜੀਨੀਅਰਿੰਗ ਕਾਲਜਸ ਨੇ ਪੰਜਾਬ ਦੇ ਵਿੱਚ, ਆਟੋਨੋਮਸ ਤਾਂ ਗਿਣਤੀ ਦੇ ਹੈ, ਇੱਕ GNE ਹੈ, ਇੱਕ ਥਾਪਰ ਹੈ, ਇੱਕ ਪੈਕ ਹੈ, ਬਾਕੀ ਦਾ ਸਾਰੇ ਕਿਸੇ ਨਾ ਕਿਸੇ ਯੂਨੀਵਰਸਿਟੀ ਦੇ ਅੰਡਰ ਹੈ। ਬਟ ਜਦੋਂ ਉਹਨਾਂ ਨੂੰ ਸਿਸਟਮ ਹੋ ਜੂਗੀ, ਉਹਨਾਂ ਨੂੰ ਖੁੱਲ੍ਹ ਹੋ ਜੂਗੀ। ਹੁਣ ਵੀ ਬੜੇ ਕਾਲਜ ਹੈ ਜਿਹੜੇ ਨਾਨ ਅਟੈਂਡਿੰਗ ਚੱਲੀ ਜਾਂਦੇ ਆ, ਕਾਲਜਾਂ 'ਚ ਬੱਚੇ ਆਉਂਦੇ ਨੇ, ਬੰਦੇ ਨੇ ਐਗਜ਼ਾਮ ਦੇਣਾ ਹੁੰਦਾ। ਜਦੋਂ ਉਹਨਾਂ ਨੂੰ ਪੂਰੀ ਖੁੱਲ੍ਹ ਮਿਲ ਜੂਗੀ ਕਿ ਹਾਂ ਵੀ ਸਾਰਾ ਕੁਝ ਤੁਹਾਡਾ, ਤਾਂ ਫਿਰ ਤੁਸੀਂ ਸੋਚ ਲਓ ਕਿਸ ਇਕੱਲੇ ਪੰਜਾਬ ਨਹੀਂ, ਸਾਰੇ ਕਿਤੇ। ਪੰਜਾਬ ਤਾਂ ਕੰਪੈਰੀਟਿਵਲੀ ਬਹੁਤ ਹੈ ਸਟੇਟਸ ਦੇ ਮੁਕਾਬਲੇ, ਤੇ ਬਾਕੀ ਸਾਰੇ ਕਿਤੇ ਇਹ ਹੋ ਜਾਣਾ ਕਿ ਜਿਹੜੀਆਂ ਡਿਗਰੀਆਂ ਉਹ ਵਿਕਣ ਲੱਗ ਜਾਣਗੀਆਂ। ਸਕੂਲਿੰਗ ਵੀ ਕੀ ਹੈ ਕਿ ਸਕੂਲਿੰਗ ਦੇ ਵਿੱਚ ਵੀ ਜਦੋਂ ਇੰਟਰਨੈਸ਼ਨਲ ਬੋਰਡਸ ਆ ਜਾਣਗੇ, ਸਕੂਲਿੰਗ ਹੋਰ ਮਹਿੰਗੀ ਹੁੰਦੀ ਜਾਊਗੀ। ਤਾਂ ਇਹ ਚੀਜ਼ਾਂ ਤੌਖਲੇ ਪ੍ਰਗਟ ਕੀਤੇ ਜਾ ਰਹੇ। ਬਾਕੀ ਤੁਹਾਡੀ ਗੱਲ ਸਹੀ ਹੈ ਕਿ ਬੜੀਆਂ ਚੀਜ਼ਾਂ ਦਾ ਪਤਾ ਅਸਲ 'ਚ ਉਦੋਂ ਹੀ ਲੱਗੂਗਾ ਜਦੋਂ ਇਹ ਚੀਜ਼ਾਂ ਇੰਪਲੀਮੈਂਟ ਹੋਣਗੀਆਂ। ਬੜੀਆਂ ਚੀਜ਼ਾਂ ਕਾਗਜ਼ਾਂ 'ਚ ਬਹੁਤ ਸੋਹਣੀਆਂ ਲੱਗਦੀਆਂ ਹੁੰਦੀਆਂ, ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਹੈ ਕਾਗਜ਼ਾਂ 'ਚ ਵਾਕਈ ਹੈ। ਮੈਂ ਇਹਦੇ ਬਾਰੇ 2-3 ਲੇਖ ਵੀ ਲਿਖ ਚੁੱਕਿਆ। ਪਰ ਜਦੋਂ ਇਹ ਚੀਜ਼ਾਂ ਇੰਪਲੀਮੈਂਟ ਹੋਣਗੀਆਂ, ਕਿੱਦਾਂ ਹੁੰਦੀਆਂ, ਕਿਵੇਂ ਹੁੰਦੀਆਂ, ਕਦੋਂ ਹੁੰਦੀਆਂ, ਅਸਲ ਉਦੋਂ ਤਸਵੀਰ ਨਿਕਲ ਕੇ ਸਾਹਮਣੇ ਆਊਗੀ। ਬਟ ਕਹਿੰਦੇ ਆ ਕਿ ਹੋਪਫੁਲ ਰਹਿਣਾ ਚਾਹੀਦਾ। ਮੈਨੂੰ ਉਮੀਦ ਹੈ ਕਿ ਵਧੀਆ ਤਰੀਕੇ ਨਾਲ ਲਾਗੂ ਹੋ ਜੂਗੀ। ਔਰ ਜਿਹੜੇ ਖੇਤਰਾਂ ਦੇ ਵਿੱਚ ਅਟੈਕ ਕਰ ਰਹੇ ਆ, ਹਾਲਾਂਕਿ ਬੜੇ ਖੇਤਰਾਂ 'ਚ ਭਾਰਤ ਵਧੀਆ ਵੀ ਕਰ ਰਿਹਾ, IT ਦੇ ਖੇਤਰ 'ਚ ਭਾਰਤ ਦਾ ਦੁਨੀਆ 'ਚ ਕੋਈ ਮੁਕਾਬਲਾ ਨਹੀਂ।
ਡਿਜੀਟਲਾਈਜੇਸ਼ਨ 'ਚ ਭਾਰਤ ਦੁਨੀਆ ਦੇ ਮੁਕਾਬਲਾ ਨਹੀਂ। ਪਿੱਛੇ ਜੇ ਇੱਕ ਫਰੈਂਡ ਆਇਆ ਹੋਇਆ ਸੀ ਕੈਨੇਡਾ, ਉਹ ਦੇਖ ਕੇ ਹੈਰਾਨ ਰਹਿ ਗਿਆ, ਯਾਰ ਤੁਹਾਡੇ ਰੇਹੜੀ ਵਾਲੇ ਡਿਜੀਟਲ ਪੇਮੈਂਟ ਲਈ ਜਾਂਦੇ ਆ। ਤੁਹਾਡਾ ਇੱਕ ਛੋਟੇ ਜਿਹੇ ਖੋਖਿਆ ਗੂਗਲ ਪੇ ਲਾਈ ਬੈਠਾ। ਕੈਨੇਡਾ ਹਜੇ ਅੱਗੇ ਆਉਣ ਵਾਲੇ 20 ਸਾਲਾਂ 'ਚ ਨਹੀਂ ਇੰਨੀਆਂ ਚੀਜ਼ਾਂ ਡਿਜੀਟਲੀ, ਜਿਹੜੀ ਡਿਜੀਟਲ ਕਰੰਸੀ ਦਾ ਕੰਸੈਪਟ ਹੈ, UPI ਦਾ ਕੰਸੈਪਟ ਹੈ, ਤਾਂ ਇਹ ਚੀਜ਼ਾਂ 'ਚ ਅਸੀਂ ਅੱਗੇ ਵੀ ਹਾਂ, ਬਟ ਸਿੱਖਿਆ ਦੇ ਖੇਤਰ 'ਚ ਅਸੀਂ ਪਿੱਛੇ ਹਾਂ। ਤੇ ਉਮੀਦ ਹੈ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਇਹ ਸਾਨੂੰ ਇਸ ਖੇਤਰ ਦੇ ਵਿੱਚ ਵੀ ਸਾਨੂੰ ਅੱਗੇ ਲੈ ਜਾਊਗੀ, ਜੇ ਇੰਪਲੀਮੈਂਟੇਸ਼ਨ ਵਧੀਆ ਤਰੀਕੇ ਨਾਲ ਹੋਊਗੀ। ਜੀ 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 ਬਿਲਕੁਲ ਬਿਲकुल ਜੀ। ਵੈਸੇ ਤਾਂ ਬੜਾ ਲੰਬਾ ਚੌੜਾ ਵਿਸ਼ਾ, ਤਾਂ ਆਪਾਂ ਯਤਨ ਕਰਾਂਗੇ ਇਹਦੇ ਤੋਂ ਇੱਕ ਹੋਰ ਐਪੀਸੋਡ ਕਰ ਲਈਏ, ਤੇ ਕੁਝ ਸਵਾਲ ਜਿਹੜੇ ਸਾਡੀ ਆਡੀਅנס ਦੇ ਲਿਆਵਾਂਗੇ, ਕੁਝ ਮੈਂ ਹੋਰ ਸਵਾਲ ਲਿਆਵਾਂਗਾ ਮੇਰੇ ਮਨ ਦੇ ਸਵਾਲ, ਤਾਂ ਇਹਦੇ ਉੱਤੇ ਦੁਬਾਰਾ ਫਿਰ ਆਪਾਂ ਗੱਲਬਾਤ ਕਰਾਂਗੇ ਜੀ। ਤੇ ਅੱਜ ਦੇ ਲਈ ਧੰਨਵਾਦ ਫਿਰ ਤੁਹਾਡਾ ਜੀ ਕਾਕੜ ਸਾਹਿਬ ਜੀ। ਮਾਨ ਸਾਹਿਬ ਇੱਕ ਮੈਂ ਛੋਟਾ ਜਿਹਾ ਪੁਆਇੰਟ ਐਡ ਕਰਨਾ ਚਾਹੁੰਦਾ ਸੀ ਲਾਸਟ ਜੀ। ਕਰੋ 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 ਤੁਸੀਂ ਇਜਾਜ਼ਤ ਦਿਓ ਜੀ। ਹੋਰ ਜਿਹੜੀ ਬੜੀ ਖੂਬਸੂਰਤੀ ਵਾਲੀ ਇਹਨਾਂ ਨੇ ਗੱਲ ਕੀਤੀ ਹੈ, ਉਹ ਬਣਾਈ ਹੈ ਐਗਜ਼ਿਟ ਪਾਲਿਸੀ ਜੀ। ਐਗਜ਼ਿਟ ਪਾਲਿਸੀ ਕੀ ਹੈ ਕਿ ਪਹਿਲਾਂ ਮੰਨ ਲਓ ਮੈਂ BA 'ਚ ਦਾਖਲਾ ਲੈ ਲਿਆ, ਮੈਂ 1 ਸਾਲ ਪੂਰਾ ਕਰ ਲਿਆ, ਮੈਨੂੰ ਕੋਈ ਘਰੇ ਪ੍ਰੋਬਲਮ ਹੋ ਗਈ, ਕੋਈ ਬਹੁਤ ਵੱਡੀ ਸਮੱਸਿਆ ਹੋ ਗਈ, ਮੈਨੂੰ ਪੜ੍ਹਾਈ ਵਿੱਚ ਛੱਡਣੀ ਪੈ ਗਈ, ਉਹ ਮੇਰਾ 1 ਸਾਲ ਕਿਸੇ ਉਹ ਖੂਹ ਖਾਤੇ ਪੈ ਜਾਂਦਾ, ਤੇ ਕੰਮ ਨਹੀਂ ਆਉਂਦਾ ਸੀ। ਮੰਨ ਲਓ 2 ਸਾਲ ਲਾ ਕੇ ਵੀ ਮੈਂ ਛੱਡ ਤੇ 2 ਸਾਲ ਵੀ ਬਰਬਾਦ ਹੈ। ਹੁਣ ਇਹਨਾਂ ਨੇ ਐਗਜ਼ਿਟ ਪਾਲਿਸੀ ਕਰਤੀ ਕਿ ਮੰਨ ਲਓ ਤੁਸੀਂ 1 ਸਾਲ ਦਾ ਕੋਰਸ ਕਰਕੇ ਛੱਡਤਾ ਤਾਂ ਤੁਹਾਨੂੰ ਵਾਇਰ ਡਿਪਲੋਮਾ, ਠੀਕ ਹੈ, ਤੁਸੀਂ 2 ਸਾਲ ਦਾ ਕਰਕੇ ਛੱਡਤਾ ਤਾਂ ਤੁਹਾਨੂੰ ਐਡਵਾਂਸ ਡਿਪਲੋਮਾ ਮਿਲ ਜੂਗਾ। ਜੇ ਤੁਸੀਂ 3 ਸਾਲ ਪੂਰੇ ਕਰ ਲਏ ਤਾਂ ਤੁਹਾਨੂੰ ਮਿਲ ਜੂਗੀ, 8 ਪੂਰੇ ਕਰ ਲਏ ਤਾਂ ਤੁਹਾਨੂੰ ਗ੍ਰੈਜੂਏਸ਼ਨ ਵਿਦ ਰਿਸਰਚ ਡਿਗਰੀ ਮਿਲ ਜੂਗੀ। ਤਾਂ ਜਿਹੜੀ ਐਗਜ਼ਿਟ ਪਾਲਿਸੀ ਦੀ ਇੱਕ ਬਹੁਤ ਵਧੀਆ ਇਹਦੇ 'ਚ ਪ੍ਰਾਵਧਾਨ ਕੀਤਾ ਗਿਆ ਹੈ, ਸਾਲ ਨਹੀਂ ਖਰਾਬ ਹੋਊਗਾ। ਜਿੱਦਾਂ ਕਹਿੰਦਾ ਕਿ ਆਲਰੇਡੀ ਚੱਲਦਾ ਵਾ ਡਿਪਲੋਮਾ, ਐਡਵਾਂਸ ਡਿਪਲੋਮਾ, ਡਿਗਰੀ ਐਂਡ ਡਿਗਰੀ ਬਾਈ ਰਿਸਰਚ, ਤਾਂ ਸੇਮ ਸਿਸਟਮ ਇਹਦੇ 'ਚ ਨਵੀਂ ਐਜੂਕੇਸ਼ਨ ਪਾਲਿਸੀ 'ਚ ਵੀ ਲਾਗੂ ਕੀਤਾ ਜਾਵੇ। ਜੀ 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 ਜੀ। ਚਲੋ ਧੰਨਵਾਦ ਤੁਹਾਡਾ ਕਾਕੜ ਸਾਹਿਬ ਜੀ। ਬਹੁਤ ਬਹੁਤ ਸ਼ੁਕਰੀਆ ਸਰ ਸਮਾਂ ਦੇਣ ਲਈ, ਬਹੁਤ ਵਧੀਆ ਲੱਗਿਆ ਤੁਹਾਡੇ ਤੇ ਮਿੰਟੂ ਜੀ ਦੇ ਪ੍ਰੋਗਰਾਮ ਅਕਸਰ ਦੇਖਦੇ ਆ, ਮੈਂ ਤਾਂ ਤੁਹਾਡਾ ਰੈਗੂਲਰ ਫਾਲੋਅਰ ਆ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਜੀ ਜੀ ਧੰਨਵਾਦ ਜੀ। ਜੀ ਧੰਨਵਾਦ। ਤੇ ਨਾਲ ਹੀ ਬਈ ਸਾਡੇ ਆਡੀਅנס ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਕਮੈਂਟ ਆ ਜਿਹੜੇ ਉਹ ਰੱਖਿਓ, ਜਾਂ ਤੁਹਾਡੇ ਆਪਣੇ ਸਵਾਲ ਰੱਖਿਓ। ਦੁਬਾਰਾ ਫਿਰ ਕਾਕੜ ਸਾਹਿਬ ਨਾਲ ਫਿਰ ਰਾਬਤਾ ਕਾਇਮ ਕਰਾਂਗੇ, ਤੁਹਾਡੇ ਸਵਾਲਾਂ ਦੇ ਜਵਾਬ ਵੀ ਲੈ ਕੇ ਆਵਾਂਗੇ, ਤੇ ਕੁਝ ਹੋਰ ਇਸ ਵਿਸ਼ੇ ਦੇ ਉੱਤੇ ਅੱਗੇ ਜਾ ਕੇ ਹੋਰ ਚਰਚਾ ਵੀ ਕਰਾਂਗੇ। ਸੋ ਇਸੇ ਤਰ੍ਹਾਂ ਦੇ ਨਾਲ IVL TV ਦੇ ਨਾਲ ਬਣੇ ਰਹੋ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ, ਫਿਰ ਸਤਿ ਸ਼੍ਰੀ ਅਕਾਲ।